ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਸਜ ਜਾਓ, ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਵਰਨਤ ਸੁਮਤ ਅਮ੍ਯ ਦ੍ਰਿਸ਼ਟ ਸੁਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤ੍ਰਿਕ ਬੁੰਦੇਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ
दीदने दीदार साहिब कश नहीं इसका मोल। पाक परवदगार तू खुद खसम वड्डा अतोल। मूक उच्चर शास्त्र खट पिंग गिरन चढ़ जाई। अंध लख बदरो सुन जाओ काल कृपा कराई। अंध लख बदरो सुन जाओ काल कृपा कराई। सतनाम श्री वाहिगुरु साहिब जी। गौड़ी महला पंजवा। सतगुर पूरा भया कृपाल। हिरदय वसिया सदा गोपाल। सतगुर पूरा भया कृपाल। हिरदय वसिया सदा गोपाल। राम रवत सदहि सुख पाया। मया करी पूरन हर राया। रहा कहु नानक जाके पूरे भाग। हर हर नाम अस्थिर सुहाग। कहु नानक जाके पूरे भाग। हर हर नाम अस्थिर सुहाग। वाहिगुरु जी का खालसा वाहिगुरु जी की फतेह। परम सन्मानयोग गुरु गरीब निवाज भगत वशल पतत पावन दीना बंधु करुणा निधान। हरि अकाल पुरख वाहिगुरु परमात्मा जी दे सरगुण स्वरूप तख्तां वाले ताजां वाले फौजां वाले बाजां वाले नीले दे शाह असवार अतरथी धीरज धारी सूरमे साहिबे कमाल श्री गुरु गोबिंद सिंह सच्चे पातशाह जी महाराज परम कृपालू जी अपने जग्यासु जनां ते गुरसिखां ते प्यारियां ते सत संगियां ते नदर करके अपने पावन सतयुगी तप स्थान तख्त सचखंड श्री हजूर श्री अबचल नगर साहिब जी विखे दसां ही पातशाहियां जी दी पावन आत्मक जोत श्री गुरु ग्रंथ साहिब सच्चे पातशाह महाराज साहिब जी दी सत संगत रूपी गोद बख्श करके निहाल किरतार्थ कर रहे ने। वडभागी जनां ने सतगुरु जी दे पावन तख्त साहिब जी ते आ करके सतगुरु सच्चे पातशाह जी दे पावन अस्थान अते गरीब निवाज सतगुरु जी दे सुख दे दर्शन दीदार मेलियां दी प्राप्ति कीती है। गरीब निवाज सतगुरां दे मुकद्दस चरनां विखे हाਜ਼ਰੀਆਂ भरदियां ਅੰਮ੍ਰਿਤ स्वरूप गुरबाणी नूं पढ़ करके गायन करके श्रवण करके आत्मिक आनंद नूं मानना कीता है। सतगुरां दे पावन दरबार दी मर्यादा दे अनुसार हुण वक्त है गरीब निवाज सतगुरु जी दी पावन अमृतमयी गुरबाणी दी चल रही लड़ीवार कथा विचार श्रवण करने दा। सरबत माई भाई जग्यासू जन नेमी प्रेमी गुर चरना दा ध्यान धरदियां होयां मन चित बिरतियां एकागर करदियां हर जस श्रवण करना करिए। प्यार दे सहित सतगुरु जी दे नाम नूं उचारणा करिए जी। सतनाम
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਾਹਿਬ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੰਜਵੇਂ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਲਤ ਪਲਤ ਰਖਿਅਕ ਸਰਬ ਜੀਵਾਂ ਦੇ ਉਧਾਰ ਕਰਤਾ, ਚਾਰੇ ਵਰਣਾ ਸਰਬਤ ਲੋਕਾਈ ਨੂੰ ਸਾਂਝਾ ਧਰਮ ਅਤੇ ਗੁਰਮਤ ਦਾ ਉਪਦੇਸ਼ ਕਰਤਾ, ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਅਰਜ਼ ਗੁਜ਼ਾਰੀ ਏ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਵਿੱਚ ਕਿਵੇਂ ਧਾਰਨ ਕੀਤਾ ਜਾਵੇ? ਕਿਹੜਾ ਐਸਾ ਯਤਨ ਕਰੀਏ ਕਿ ਜੋ ਨਾਮ ਹੈ ਹਿਰਦੇ ਦੇ ਅੰਦਰ ਵਸ ਜਾਵੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮਾਤਮਾ ਪ੍ਰਭੂ ਜੀ ਦੀ ਪ੍ਰਾਪਤੀ ਕਰਕੇ ਸੁਖ ਸਵਰੂਪ ਪਰਮਾਤਮਾ ਜੀ ਦੇ ਅੰਦਰ ਹੀ ਲੀਨ ਹੋ ਜਾਈਏ, ਅਭੇਦ ਹੋ ਜਾਈਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਦੁਨੀਆ ਦੇ ਜਿਹੜੇ ਸੁਖ ਨੇ ਇਹ 4 ਕੁ ਦਿਨਾਂ ਦੇ ਰਹਿਣ ਵਾਲੇ ਨੇ ਤੇ ਆਪ ਜੀ ਹੀ ਗਿਆਨਮਈ ਉਪਦੇਸ਼ ਦੁਆਰਾ ਫਰਮਾਵਣਾ ਕਰਦੇ ਹੋ ਸਦੀਵ ਕਾਲ ਰਹਿਣ ਵਾਲਾ ਜਿਹੜਾ ਸੁਖ ਹੈ ਉਹ ਆਤਮ ਸੁਖ ਹੀ ਹੈ। ਤੇ ਸੱਚੇ ਪਾਤਸ਼ਾਹ ਜੀ ਐਸੇ ਆਤਮ ਸੁਖ ਨੂੰ ਪ੍ਰਾਪਤ ਕਿਵੇਂ ਕਰਨਾ ਕਰੀਏ? ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸੂ ਜਨਾਂ ਦੀ ਬੇਨਤੀ ਨੂੰ ਸਰਵਣ ਕਰਕੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਸਤਿਗੁਰ ਪੂਰਾ ਭਇਆ ਕਿਰਪਾਲ। ਹੇ ਸਿੱਖੋ, ਇਹ ਜਿਹੜੀ ਵੱਡੀ ਭਾਰੀ ਦਾਤ ਹੈ ਨਾ, ਇਹ ਪੂਰੇ ਸਤਿਗੁਰੂ ਜੀ ਦੀ ਨਦਰ ਤੋਂ ਬਿਨਾ, ਦਇਆ ਤੋਂ ਬਿਨਾ, ਕਿਰਪਾਲਤਾ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਹੈ। ਜਿਸ ਵੇਲੇ ਪੂਰੇ ਸਤਿਗੁਰੂ ਜੀ ਜੀਵ ਦੇ ਉੱਪਰ ਨਦਰ ਕਰਦੇ ਨੇ, ਆਪਣੀ ਕਿਰਪਾਲਤਾ ਕਰਦੇ ਨੇ, ਮਿਹਰ ਦੀ ਦ੍ਰਿਸ਼ਟੀ ਕਰਦੇ ਨੇ ਨਾ, ਕਿਰਪਾਲੂ ਹੋ ਕਰਕੇ, ਤੁਠ ਹੋ ਕਰਕੇ, ਪ੍ਰਸੰਨ ਹੋ ਕਰਕੇ ਜਿਸ ਵੇਲੇ ਨਦਰ ਕਰਦੇ ਨੇ ਜਗਿਆਸੂ ਤੇ ਸਿੱਖ ਦੇ ਉੱਪਰ ਪੂਰੇ ਸਤਿਗੁਰੂ ਜੀ, ਹਿਰਦੈ ਵਸਿਆ ਸਦਾ ਗੋਪਾਲ। ਤੇ ਸਦਾ ਸਥਿਰ ਸਰੂਪ ਸਾਰੀ ਸ੍ਰਿਸ਼ਟੀ ਦੇ ਪ੍ਰਤਪਾਲਕ ਹਰੀ ਪਰਮਾਤਮਾ ਜੀ ਫਿਰ ਜਗਿਆਸੂ ਦੇ ਹਿਰਦੈ ਦੇ ਅੰਦਰ ਵਸਿਆ ਵਸ ਜਾਂਦੇ ਨੇ। ਤੇ ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਦੀ ਨਦਰ ਨਾਲ ਵਸਦੇ ਨੇ, ਮੂਲ ਮੰਤਰ ਦੇ ਵਿੱਚ ਸਰਬਤ ਮਾਈ ਭਾਈ ਜਗਿਆਸੂ ਜਨ ਪੜ੍ਹਦੇ ਨੇ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਇਹ ਪ੍ਰਮਾਤਮਾ ਜੀ ਦੇ ਗੁਣ ਨੇ। ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ। ਤੇ ਫਿਰ ਸਿੱਧਾ ਨੇ ਸਾਰੇ ਗੁਣ ਸਰਵਣ ਕਰਕੇ ਬੇਨਤੀ ਕੀਤੀ ਨਾ, ਹੇ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਐਸੇ ਪਰਮਾਤਮਾ ਜੀ ਜਿਹੜੇ ਅਦੁੱਤੀ ਸਵਰੂਪ ਨੇ, ਵਿਆਪਕ ਸਰੂਪ ਨੇ, ਜਿਨ੍ਹਾਂ ਦਾ ਨਾਮ ਸੱਚ ਹੈ, ਸਾਰੀ ਸ੍ਰਿਸ਼ਟੀ ਦੇ ਕਰਤਾ ਨੇ, ਨਰਕਾਂ ਵਿੱਚ ਪੈਣ ਤੋਂ ਰੱਖਿਆ ਕਰਦੇ ਨੇ, ਜਿਹੜੇ ਪ੍ਰਮਾਤਮਾ ਜੀ ਨਿਰਭਉ ਨੇ, ਕਿਸੇ ਦਾ ਡਰ ਨਹੀਂ, ਨਿਰਵੈਰ ਨੇ, ਕਿਸੇ ਦੇ ਨਾਲ ਵੈਰ ਬਿਰਤੀ ਵੀ ਧਾਰਨ ਨਹੀਂ ਕਰਦੇ, ਅਕਾਲ ਮੂਰਤ ਮੌਤ ਤੋਂ ਰਹਿਤ ਸਥਿਰ ਸਰੂਪ ਹਸਤੀ ਨੇ, ਜੂਨੀਆਂ ਵਿੱਚ ਨਹੀਂ ਆਉਂਦੇ ਤੇ ਸੁਤੇ ਪ੍ਰਕਾਸ਼ ਨੇ, ਜਿਸ ਨੂੰ ਕਿਸੇ ਨੇ ਥਾਪਿਆ ਨਹੀਂ, ਕਿਸੇ ਨੇ ਪੈਦਾ ਨਹੀਂ ਕੀਤਾ। ਗਰੀਬ ਨਿਵਾਜ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਿੱਧੋ ਐਸੇ ਪ੍ਰਮਾਤਮਾ ਜੀ ਮਿਲਦੇ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਪ੍ਰਸਾਦ ਦੱਦੇ ਸਿਹਾਰੀ ਹੈ, ਕਿਰਪਾ ਦੇ ਨਾਲ, ਕਿਰਪਾ ਦੇ ਰਾਹੀਂ, ਕਿਰਪਾ ਦੇ ਦੁਆਰਾ। ਐਸੇ ਹਰੀ ਪ੍ਰਮਾਤਮਾ ਜੀ ਜਦੋਂ ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ, ਸਿੱਖ ਦੇ ਉੱਪਰ ਨਦਰ ਕਰਦੇ ਨੇ, ਕਿਰਪਾ ਦ੍ਰਿਸ਼ਟੀ ਦੇ ਨਾਲ ਗੁਰਸਿੱਖ ਨੂੰ ਨਿਹਾਲ ਕਰਦੇ ਨੇ, ਤੇ ਸਤਿਗੁਰੂ ਜੀ ਜਦੋਂ ਨਦਰ ਕਰਦੇ ਨੇ, ਕਿਰਪਾਲਤਾ ਮਿਹਰ ਆਪਣੀ ਅਨੁਕੰਪਾ ਕਰਦੇ ਨੇ, ਅਨੁਗ੍ਰਹ ਕਰਦੇ ਨੇ ਨਾ ਸਿੱਖ ਦੇ ਉੱਪਰ, ਤਾਂ ਫਿਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ ਹੈ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਜਿਸ ਵੇਲੇ ਸਤਿਗੁਰ ਪੂਰਾ, ਕਿਸੇ ਅੱਧੇ ਅਧੂਰੇ ਦੀ, ਕੱਚੇ ਪਿੱਲੇ ਦੀ ਗੱਲ ਨਹੀਂ, ਪੂਰੇ ਸਤਿਗੁਰੂ ਜੀ
ਭਇਆ ਕਿਰਪਾਲ। ਗੁਰਸਿੱਖ ਜਗਿਆਸੂ ਦੇ ਉੱਪਰ ਕਿਰਪਾਲਤਾ ਕਰਦੇ ਨੇ, ਮਿਹਰ ਕਰਦੇ ਨੇ ਨਾ। ਹਿਰਦੈ ਵਸਿਆ ਸਦਾ ਗੋਪਾਲ। ਤੇ ਸਦੀਵ ਕਾਲ ਵਾਸਤੇ ਸਥਿਰ ਰਹਿਣੇ ਵਾਲੇ ਸ੍ਰਿਸ਼ਟੀ ਪ੍ਰਤਪਾਲਕ ਪਰਮਾਤਮਾ ਜੀ ਗੁਰਸਿੱਖ ਦੇ ਹਿਰਦੇ ਦੇ ਅੰਦਰ ਆ ਕਰਕੇ ਵਸ ਜਾਂਦੇ ਨੇ। ਤੇ ਜਦੋਂ ਹਿਰਦੇ ਦੇ ਅੰਦਰ ਆ ਕਰਕੇ ਵਸਦੇ ਨੇ, ਫਿਰ ਉਹ ਕੁਝ ਪਲਾਂ ਵਾਸਤੇ ਨਹੀਂ, ਹਿਰਦੈ ਵਸਿਆ ਸਦਾ, ਸਦੀਵ ਕਾਲ ਵਾਸਤੇ, ਅਨੰਤ ਕਾਲ ਵਾਸਤੇ ਜਿਹੜਾ ਫਿਰ ਹਿਰਦਾ ਹੈ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਤਦਾਕਾਰ ਹੋ ਜਾਂਦਾ ਹੈ। ਤੇ ਸਦੀਵ ਕਾਲ ਵਾਸਤੇ ਪ੍ਰਮਾਤਮਾ ਜੀ ਹਿਰਦੇ 'ਚ ਹੀ ਵਸਦੇ ਨੇ। ਅਰਥਾਤ ਸਦੀਵ ਕਾਲ ਵਾਸਤੇ ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਬਣ ਆਉਂਦਾ ਹੈ। ਤੇ ਜੇ ਕੋਈ ਸ਼ੰਕਾ ਕਰੇ ਜੀ ਜਦੋਂ ਸਰੀਰ ਅਭਾਵ ਹੁੰਦਾ ਹੈ, ਸਰੀਰ ਦਾ ਅੰਤਮ ਸੰਸਕਾਰ ਹੋ ਜਾਂਦਾ, ਹਿਰਦਾ ਤੇ ਸੜ ਜਾਂਦਾ, ਤੇ ਫਿਰ ਪਰਮਾਤਮਾ ਜੀ ਦਾ ਨਾਮ ਸਦੀਵ ਕਾਲ ਵਾਸਤੇ ਕਿਵੇਂ ਵਸਦਾ ਹੈ? ਪਿਆਰਿਓ, ਲੱਕੜਾਂ ਦੇ ਉੱਪਰ ਰੱਖ ਕਰਕੇ ਇਸ ਪੰਜ ਭੌਤਿਕ ਬੁੱਤ ਨੂੰ ਸਾੜਿਆ ਜਾਣਾ ਹੈ, ਸਰੀਰ ਨੂੰ ਸਾੜਿਆ ਜਾਣਾ ਹੈ। ਕਿਧਰੇ ਸੂਖਸ਼ਮ ਸਰੀਰ ਥੋੜਾ ਨਾ ਸੜਦਾ ਹੈ, ਆਤਮਾ ਥੋੜਾ ਨਾ ਸੜਦਾ ਹੈ। ਇਸ ਪ੍ਰਕਾਰ ਇਥੇ ਜਥਾ ਪ੍ਰਕਰਣੰ ਤਥਾ ਅਰਥੰ, ਹਿਰਦੇ ਤੋਂ ਭਾਵ ਇਥੇ ਫਿਰ ਲਿਆ ਜਾਵੇਗਾ ਅੰਤਰੀਵ ਅਰਥ ਵਾਸਤੇ ਆਤਮਾ, ਜੋ ਪਰਮਾਤਮਾ ਜੀ ਸਦਾ ਸਥਿਰ ਰੂਪ ਨੇ ਨਾ ਹਿਰਦੈ ਵਸਿਆ। ਜਿਹੜਾ ਜੀਵ ਦਾ ਆਤਮਾ ਹੈ ਪਰਮਾਤਮਾ ਜੀ ਦੇ ਅੰਦਰ ਸਦੀਵ ਕਾਲ ਵਾਸਤੇ ਅਭੇਦਤਾ ਪ੍ਰਾਪਤ ਕਰ ਲੈਂਦਾ ਹੈ, ਸਥਿਰਤਾ ਪਾਉਂਦਾ ਹੈ, ਟਿਕ ਜਾਂਦਾ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਐਸੀ ਅੰਤਰ ਆਤਮੇ ਗਿਆਨ ਅਰੂੜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਤੁਰਿਆ ਪਦ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਜੀਵ ਹੈ ਹਿਰਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਦਾ ਸਦਾ ਵਾਸਤੇ ਭੇਦ ਹੋ ਜਾਂਦਾ ਹੈ। ਵਾਹਿਗੁਰੂ ਜੀ ਜੀਵ ਆਤਮਾ ਦੇ ਅੰਦਰ ਪ੍ਰਕਾਸ਼ ਕਰਦੇ ਨੇ ਤੇ ਜੀਵ ਆਤਮਾ ਵਾਹਿਗੁਰੂ ਜੀ ਦੇ ਅੰਦਰ ਅਭੇਦਤਾ ਪ੍ਰਾਪਤ ਕਰਦੀ ਹੈ। ਇਸ ਪ੍ਰਕਾਰ ਹਿਰਦੈ ਵਸਿਆ ਸਦਾ ਗੋਪਾਲ। ਸੋ ਜਿਹੜਾ ਪਹਿਲਾ ਮੁਖੀ ਉਚਾਰਨ ਹੈ ਉਸ ਦੇ ਅਨੁਸਾਰ ਜਿਹੜਾ ਵਿਸ਼ਰਾਮ ਹੈ ਵਸਿਆ ਤੇ ਹੀ ਲੱਗੇਗਾ, ਪਰ ਦੂਸਰੇ ਅਰਥ ਵਾਸਤੇ ਸਦਾ ਸਰੂਪ ਸਥਿਰ ਸਰੂਪ ਪ੍ਰਮਾਤਮਾ ਜੀ ਹਿਰਦੇ ਵਿੱਚ ਵਸਦੇ ਨੇ। ਸਦੀਵ ਕਾਲ ਵਾਸਤੇ ਜਿਹੜਾ ਜੀਵ ਦਾ ਹਿਰਦਾ ਅੰਤਸ਼ਕਰਨ ਹੈ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਹੀ ਅਭੇਦਤਾ ਪ੍ਰਾਪਤ ਕਰਦਾ ਹੈ, ਸਮਾ ਜਾਂਦਾ ਹੈ। ਰਾਮ ਰਵਤ ਸਦ ਹੀ ਸੁਖ ਪਾਇਆ। ਸਤਿਗੁਰੂ ਜੀ ਦੀ ਦਇਆਲਤਾ ਦੇ ਨਾਲ, ਕਿਰਪਾਲਤਾ ਦੇ ਨਾਲ ਜਦੋਂ ਗੁਰਸਿੱਖਾਂ ਨੇ, ਜਗਿਆਸੂ ਜਨਾਂ ਨੇ, ਨੇਮ ਅਤੇ ਪ੍ਰੇਮ ਵਾਲਿਆਂ ਨੇ ਜਪਿਆ ਨਾ ਸਹਿਤ ਪਿਆਰ ਦੇ ਸਤਨਾਮ ਸ੍ਰੀ ਵਾਹਿਗੁਰੂ, ਰਾਮ ਰਮੇ ਹੋਏ ਪ੍ਰਮਾਤਮਾ ਜੀ ਦੇ ਨਾਮ ਨੂੰ ਰਵਤ ਉਚਾਰ ਕਰਕੇ, ਜਪ ਕਰਕੇ ਤੇ ਇਸ ਦੇ ਨਾਮ ਦਾ ਸਿਮਰਨ ਕਰਕੇ ਸਦ ਹੀ ਸੁਖ ਪਾਇਆ। ਅਨੰਤ ਕਾਲ ਤੱਕ ਰਹਿਣੇ ਵਾਲਾ ਜੋ ਆਤਮ ਸੁਖ ਹੈ ਉਹ ਗੁਰੂ ਕੇ ਪਿਆਰਿਆਂ ਨੇ, ਜਗਿਆਸੂ ਜਨਾਂ ਨੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚੋਂ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਪ੍ਰਾਪਤ ਕਰਨਾ ਕੀਤਾ ਹੈ। ਮਾਇਆ ਕਰੀ ਪੂਰਨ ਹਰ ਰਾਇਆ। ਇਹ ਰਾਇਆ ਪ੍ਰਕਾਸ਼ ਸਰੂਪ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਆਪਣੇ ਜਗਿਆਸੂਆਂ ਸਿੱਖਾਂ ਦੇ ਉੱਪਰ ਮਾਇਆ ਕਿਰਪਾਲਤਾ ਕੀਤੀ ਹੈ। ਹਰਿ ਰਾਇਆ, ਹਰੀ ਪ੍ਰਮਾਤਮਾ ਜੀ ਜੋ ਪ੍ਰਕਾਸ਼ ਸਰੂਪ ਨੇ, ਅਥਵਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਉੱਪਰ ਐਸੀ ਕਿਰਪਾਲਤਾ ਹੀ ਕਰ ਦਿੱਤੀ ਹੈ। ਸੋ ਇਸ ਪ੍ਰਕਾਰ ਇਸ ਤੋਂ ਪਹਿਲੀ ਪੰਕਤੀ ਨੂੰ ਪਹਿਲਾਂ ਫਿਰ ਪੜ੍ਹ ਦਿਓ ਜੀ। ਰਾਮ ਰਵਤ ਸਦ ਹੀ ਸੁਖ ਪਾਇਆ। ਪਿਆਰਿਓ, ਸਮਾਂ ਚਾਹੇ ਸਤਿਯੁਗ ਦਾ ਹੈ, ਚਾਹੇ ਤ੍ਰੇਤੇ ਯੁਗ ਦਾ, ਦੁਆਪਰ ਦਾ ਜਾਂ ਕਲ ਯੁਗ ਦਾ ਹੈ, ਇਹ ਸਦ ਹੀ ਸਦਾ ਤੋਂ ਪਰਮੇਸ਼ਰ ਜੀ ਦੇ ਨਾਮ ਦੀ ਮਰਿਆਦਾ ਹੈ ਕਿ ਜਿਹੜਾ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਨਾਮ ਨੂੰ ਜਪਦਾ ਹੈ ਤਿਸ ਨੇ ਸੁਖ ਪਾਇਆ ਹੈ। ਸਾਰੇ ਹੀ ਯੁਗਾਂ ਦੇ ਅੰਦਰ ਸਾਰੇ ਭਗਤ ਜਨਾਂ ਨੇ ਜਦੋਂ ਜਦੋਂ ਜਪਿਆ ਤਿਨਾਂ ਨੇ ਆਤਮ ਸੁਖ ਪਾਇਆ ਹੈ। ਜਿਹੜਾ ਵੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿਖੇ ਆਉਂਦਾ ਨਾ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਕਿਰਤਾਰਥ ਕਰ ਦਿੰਦੇ ਨੇ। ਜੰਮੂ ਰਿਆਸਤ ਦਾ ਮਾਲਕ ਮਹਾਰਾਜਾ ਪ੍ਰਤਾਪ ਸਿੰਘ, ਸਰੀਰ ਦੇ ਉੱਪਰ ਭਗਿੰਦਰ ਦਾ ਰੋਗ ਹੋ ਗਿਆ। ਭਗੰਦਰ ਭਗਿੰਦਰ ਦੋਵੇਂ ਨਾਮ ਇੱਕ ਹੀ ਰੋਗ ਦੇ ਨੇ। ਸ਼ਾਹੀ ਹਕੀਮਾਂ ਨੇ, ਸ਼ਾਹੀ ਵੈਦਾਂ ਨੇ ਬੜੇ ਇਲਾਜ ਕੀਤੇ, ਬੜੇ ਯਤਨ ਕੀਤੇ, ਪਰ ਜਿਹੜਾ ਭਗੰਦਰ ਦਾ ਰੋਗ ਸੀ ਸਰੀਰ ਤੋਂ ਠੀਕ ਨਹੀਂ ਹੁੰਦਾ, ਬੜਾ ਦੁਖੀ ਹੈ। ਤੇ ਦੂਸਰਾ ਦੁੱਖ ਇਹ ਹੈ, ਰਾਜ ਭਾਗ ਖਜ਼ਾਨੇ ਦੌਲਤ ਸਭ ਕੁਝ ਪ੍ਰਾਪਤ ਹੈ ਪਰ ਘਰ ਦੇ ਵਿੱਚ ਔਲਾਦ ਨਹੀਂ। ਤੇ ਜੰਮੂ ਰਿਆਸਤ ਦੇ ਇਸ ਰਾਜੇ ਨੇ
ਮਹਾਰਾਜਾ ਪ੍ਰਤਾਪ ਸਿੰਘ ਜੀ ਨੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਜਸ ਸੁਣਿਆ ਹੈ ਕਿ ਬਾਬਾ ਕਰਮ ਸਿੰਘ ਜੀ ਐਸੀ ਪਿਆਰ ਦੇ ਅੰਦਰ ਰੰਗੀ ਹੋਈ ਰੂਹ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਪ੍ਰਾਪਤ ਕੀਤੇ ਨੇ ਤੇ ਬੜੀਆਂ ਰਹਿਮਤਾਂ ਕਲਗੀਧਰ ਸਾਹਿਬ ਜੀ ਦੀਆਂ ਤਿੰਨਾਂ ਦੇ ਉੱਪਰ ਵਰਸ ਰਹੀਆਂ ਨੇ। ਤੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਬੇਅੰਤ ਜੀਵ ਖਾਲੀ ਝੋਲੀਆਂ ਵਾਲੇ ਝੋਲੀਆਂ ਭਰ ਕਰਕੇ ਜਾਂਦੇ ਨੇ। ਖਾਵਾਹੇ ਖਰਚਾਹੇ ਰਲ ਮਿਲ ਭਾਈ। ਖਾਣਾ ਕੀ ਹੈ? ਜੋ ਆਪ ਦਾਤਾਂ ਪ੍ਰਾਪਤ ਕਰਨੀਆਂ। ਤੇ ਖਰਚਣਾ ਕੀ ਹੈ? ਜਿਹੜੀ ਅਰਦਾਸ ਬੇਨਤੀ ਕਰਕੇ ਦੂਸਰਿਆਂ ਨੂੰ ਬਖਸ਼ਾ ਦੇਣਾ, ਰੋਗ ਦੂਰ ਕਰ ਦੇਣੇ। ਇਸੇ ਪ੍ਰਕਾਰ ਉਹਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਜੀ ਦੇ ਦਰ ਤੋਂ ਅਰਦਾਸ ਬੇਨਤੀ ਕਰਕੇ ਪੂਰੀਆਂ ਕਰ ਦੇਣੀਆਂ। ਤੇ ਜੰਮੂ ਰਿਆਸਤ ਤੋਂ ਚੱਲ ਕਰਕੇ ਹੋਤੀ ਮਰਦਾਨ ਆਏ ਨੇ ਤੇ ਹੋਤੀ ਮਰਦਾਨ ਦੇ ਡਿਪਟੀ ਕਮਿਸ਼ਨਰ ਨੂੰ ਪਤਾ ਲੱਗਾ ਤੇ ਬੜਾ ਸਵਾਗਤ ਦੀਆਂ ਤਿਆਰੀਆਂ ਕਰਨ ਲੱਗਾ। ਪਰ ਮਹਾਰਾਜਾ ਪ੍ਰਤਾਪ ਸਿੰਘ ਨੇ, ਗੁਰੂ ਘਰ ਦੇ ਸ਼ਰਧਾਲੂ ਵੀ ਨੇ, ਸੁਨੇਹਾ ਭੇਜਿਆ, ਡਿਪਟੀ ਕਮਿਸ਼ਨਰ ਜੀ ਮੈਂ ਰਾਜਾ ਬਣ ਕੇ ਨਹੀਂ ਆਇਆ ਕਿ ਵਾਜਿਆਂ ਗਾਜਿਆਂ ਦੇ ਨਾਲ ਮੇਰਾ ਸਵਾਗਤ ਕੀਤਾ ਜਾਵੇ, ਆਤਿਸ਼ਬਾਜ਼ੀ ਕੀਤੀ ਜਾਵੇ। ਮੈਂ ਗੁਰੂ ਕਾ ਨਿਮਾਣਾ ਸਿੱਖ ਬਣ ਕੇ ਤੇ ਗੁਰੂ ਕੇ ਦਰ ਦਾ ਭਿਖਾਰੀ ਬਣ ਕੇ ਆਇਆ ਹਾਂ। ਇਸ ਪ੍ਰਕਾਰ ਭਿਖਾਰੀਆਂ ਦੇ ਸਵਾਗਤ ਵਾਜਿਆਂ ਗਾਜਿਆਂ ਨਾਲ ਨਹੀਂ ਹੋਇਆ ਕਰਦੇ। ਨਿਮਰਤਾ ਦੇ ਨਾਲ ਇਸ ਪ੍ਰਕਾਰ ਬਚਨ ਕਰਨਾ ਕੀਤਾ ਹੈ। ਰਾਤਰੀ ਦੇ ਸਮੇਂ ਸਰਕਾਰੀ ਬੰਗਲੇ ਵਿੱਚ ਠਹਿਰ ਕਰਕੇ ਨਾ ਤੇ ਅਗਲੇ ਦਿਨ ਇਸ਼ਨਾਨ ਇਤਿਆਦਿਕ ਕਰਕੇ ਤੇ ਮਹਾਂਪੁਰਖਾਂ ਦੀ ਸੰਗਤ ਵਿੱਚ ਪਹੁੰਚਿਆ ਹੈ। ਸੇਵਾਦਾਰਾਂ ਨੇ ਇਸ ਦੇ ਦਰਬਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਦੱਸ ਦਿੱਤਾ ਮਹਾਂਪੁਰਖਾਂ ਨੂੰ, ਮਹਾਂਪੁਰਖੋ ਜੰਮੂ ਰਿਆਸਤ ਦਾ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਆਇਆ ਹੈ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, ਖੁੱਲੇ ਪੰਡਾਲ ਦੇ ਵਿੱਚ ਉਹਨਾਂ ਦਾ ਉਤਾਰਾ ਕਰਵਾ ਦਿਓ ਜਿੱਥੇ ਸਾਰੀ ਸੰਗਤ ਬੈਠੀ ਏ। ਤੇ ਉਹਨਾਂ ਨੂੰ ਜਾ ਕਰਕੇ ਕਹਿਣਾ ਕਰੋ ਪਹਿਲਾਂ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਲੰਗਰ ਦੇ ਵਿੱਚੋਂ ਜਾ ਕਰਕੇ ਜਲ ਪਾਣੀ ਛਕਣਾ ਹੈ ਤੇ ਫਿਰ ਗੁਰੂ ਕੀ ਸੰਗਤ ਵਿੱਚ ਆਉਣਾ ਹੈ। ਜੋ ਮਰਿਆਦਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਚਲਾਈ ਹੈ ਨਾ, ਆਸ਼ਾ ਪੰਗਤ ਪਾਤਸ਼ਾਹ ਸੰਗਤ, ਊਚ ਨੀਚ ਜਾਤ ਪਾਤ ਇਤਿਆਦਿਕ ਦੇ ਕੋੜ ਦੇ ਭੇਦ ਨੂੰ ਮਿਟਾਉਣ ਵਾਸਤੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ। ਨਿਮਰਤਾ ਆਉਂਦੀ ਹੈ ਕਿ ਅਸੀਂ ਸਾਰੇ ਬਰਾਬਰ ਹਾਂ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਸੁਨੇਹਾ ਪੁੱਜਾ, ਰਾਜੇ ਨੇ ਮਹਾਂਪੁਰਖਾਂ ਦੇ ਬਚਨ ਨੂੰ ਮੰਨਿਆ, ਖੁੱਲੇ ਪੰਡਾਲ ਦੇ ਵਿੱਚ ਉਤਾਰਾ ਕੀਤਾ ਹੈ ਆਪਣੀਆਂ ਰਾਣੀਆਂ ਤੇ ਸੇਵਾਦਾਰਾਂ ਦੇ ਸਮੇਤ। ਫਿਰ ਇਸ ਪ੍ਰਕਾਰ ਗੁਰੂ ਕੇ ਲੰਗਰਾਂ ਵਿੱਚ ਜਾ ਕਰਕੇ ਭੋਜਨ ਪ੍ਰਾਪਤ ਕਰਿਆ ਹੈ, ਪ੍ਰਸ਼ਾਦਾ ਛਕਿਆ ਹੈ। ਫਿਰ ਜਦੋਂ ਗੁਰੂ ਕੀ ਸੰਗਤ ਵਿੱਚ ਆ ਕਰਕੇ ਬੈਠੇ ਨੇ ਤੇ ਮਹਾਂਪੁਰਖਾਂ ਨੇ ਹਰ ਜਸ ਕੀਤਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਬਾਣੀ ਦੀ ਕਥਾ ਵਿਖਿਆਨ ਕਰਿਆ ਹੈ। ਜਦੋਂ ਅਰਦਾਸ ਤੋਂ ਉਪਰੰਤ ਸਮਾਪਤੀ ਹੋਈ ਨਾ ਤੇ ਮਹਾਂਪੁਰਖ ਆਪਣੇ ਆਸਣ ਤੇ ਚੱਲੇ ਨੇ ਤੇ ਰਾਜਾ ਵੀ ਨਿਮਰਤਾ ਦੇ ਨਾਲ ਚੱਲ ਪਿਆ। ਮਹਾਂਪੁਰਖ ਤੁਰੇ ਜਾਂਦੇ ਨੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਤੇ ਪੁੱਛਣਾ ਕੀਤਾ, ਦੱਸਣਾ ਕਰੋ ਭਾਈ ਕਿਵੇਂ ਚੱਲ ਕਰਕੇ ਆਏ ਹੋ। ਤੇ ਬੜੀ ਆਜ਼ਜ਼ੀ ਹੋ ਕਰਕੇ ਨਿਮਰਤਾ ਨੂੰ ਧਾਰਨ ਕਰਕੇ ਬੇਨਤੀ ਕੀਤੀ, ਮਹਾਂਪੁਰਖੋ ਇੱਕ ਤਾਂ ਸਰੀਰ ਤੇ ਭਗੰਦਰ ਦਾ ਰੋਗ ਹੈ ਜਿਹੜਾ ਬੜੇ ਯਤਨ ਕਰਨੇ ਦੇ ਨਾਲ ਠੀਕ ਨਹੀਂ ਹੋਇਆ, ਇਲਾਜ ਕਰਾ ਕਰਕੇ ਥੱਕ ਗਿਆ, ਹਾਰ ਗਿਆ ਮਹਾਰਾਜ, ਬੜਾ ਕਸ਼ਟਦਾਇਕ ਰੋਗ ਹੈ ਪਰ ਹਟਦਾ ਨਹੀਂ। ਇੱਕ ਤਾਂ ਕਿਰਪਾ ਕਰਕੇ ਇਹ ਰੋਗ ਮਿਟਾਓ ਤੇ ਦੂਸਰਾ ਰਾਜ ਭਾਗ ਦਾ ਵਾਰਸ ਘਰ ਦੇ ਵਿੱਚ ਪੁੱਤਰ ਕੋਈ ਨਹੀਂ, ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, ਰਾਜਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਅੰਮ੍ਰਿਤ ਬਾਣੀ ਦੇ, ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦਾ ਜਿਹੜਾ ਇਲਾਜ ਹੈ, ਦਵਾਈ ਹੈ, ਉਹ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਇਸ ਕਰਕੇ ਨਾਮ ਦੇ ਨਾਲ ਰੋਗ ਦੂਰ ਹੋਵੇਗਾ, ਜਿਹੜਾ ਦਵਾਈਆਂ ਦੇ ਨਾਲ ਨਹੀਂ ਹਟਿਆ। ਅੰਮ੍ਰਿਤ ਵੇਲੇ ਉੱਠ ਕੇ ਜਲ ਦੇ ਵਿੱਚ ਬੈਠ ਜਾਣਾ ਤੇ 5 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਨੇ। ਤੇ ਜਦੋਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਨੇ, ਸਰੀਰ ਦੇ ਜਿਸ ਹਿੱਸੇ ਤੇ ਭਗੰਦਰ ਦਾ ਰੋਗ ਹੈ ਨਾ, ਉੱਥੇ ਜਲ ਨੂੰ ਮਲੀ ਜਾਣਾ ਹੈ। ਤੇ 5 ਪਾਠ ਕਰਨੇ ਤੋਂ ਬਾਅਦ ਫਿਰ ਬਾਦਾਮ ਮਿਸ਼ਰੀ ਤੇ ਮੱਖਣ ਛਕਣਾ ਹੈ। ਫਿਰ ਆਪਣੀ ਰਾਣੀ ਨੂੰ ਨਾਲ ਲੈ ਕਰਕੇ ਗੁਰੂ ਘਰ ਜਾਣਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋਣ ਤੋਂ ਪਹਿਲਾਂ ਜਲ ਵਾਲਾ ਜਿਹੜਾ ਬਰਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮੰਜੀ ਸਾਹਿਬ ਦੇ ਥੱਲੇ ਰੱਖ ਦੇਣਾ ਹੈ। ਤੇ ਪੂਰਾ ਪਾਠ ਤੁਸਾਂ ਦੋਵਾਂ ਜੀਆਂ ਨੇ ਸੰਗਤ ਵਿੱਚ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਹਰ ਰੋਜ਼ ਸਰਵਣ ਕਰਨਾ ਹੈ। ਤੇ ਜਦੋਂ ਉਪਰੰਤ ਸਮਾਪਤੀ ਹੋਵੇ, ਅਰਦਾਸ ਹੋ ਜਾਵੇ ਨਾ, ਤੇ ਉਹ ਜਿਹੜਾ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿਖੇ ਰੱਖਿਆ ਹੋਇਆ ਜਲ ਹੈ ਆਪ ਵੀ ਛਕਣਾ ਹੈ
ਤੇ ਰਾਣੀ ਨੂੰ ਵੀ ਛਕਾਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰ ਐਸਾ ਹੈ, ਪ੍ਰਾਨ ਕੇ ਬਚਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ, ਕਿਦਾ ਮਾਨੀ ਮਹਾਮਾਨ ਹੋ। ਇਥੋਂ ਦੁੱਧ ਦੀਆਂ ਦਾਤਾਂ ਮਿਲਦੀਆਂ ਨੇ, ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ, ਰੋਗ ਸੋਗ ਇਤਿਆਦਿਕ ਸਾਰੇ ਝੋਰੇ ਮਿਟ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਗ ਲਾਉਣਗੇ, ਭਾਵਨਾ ਦੇ ਨਾਲ ਇਹ ਸੇਵਾ ਕਮਾਉਣੀ ਹੈ। ਨਮਸਕਾਰ ਕਰਕੇ ਆਗਿਆ ਲੈ ਕਰਕੇ ਰਾਜਾ ਵਾਪਸ ਚਲਿਆ ਗਿਆ। ਨੇਮ ਬਣਾ ਲਿਆ, ਅੰਮ੍ਰਿਤ ਵੇਲੇ ਉੱਠਦਾ ਹੈ, ਜਾਗਦਾ ਹੈ, ਜਲ ਦੇ ਵਿੱਚ ਬੈਠ ਜਾਂਦਾ ਹੈ, ਨਾਲੇ ਇਸ਼ਨਾਨ ਕਰੀ ਜਾਂਦਾ ਹੈ, ਜਲ ਦੇ ਕੁੰਡ ਵਿੱਚ ਬੈਠਾ, ਨਾਲੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾਂਦਾ ਹੈ, ਤੇ ਜਿੱਥੇ ਭਗੰਦਰ ਦਾ ਰਹੂਗਾ ਉੱਥੇ ਜਲ ਮਲੀ ਜਾਂਦਾ ਹੈ ਆਪਣੇ ਹੱਥ ਦੇ ਨਾਲ। ਕੁਝ ਸਮਾਂ ਬਤੀਤ ਹੋਇਆ ਤੇ ਭਗੰਦਰ ਦਾ ਜਿਹੜਾ ਰੋਗ ਕਿਸੇ ਦਵਾਈ ਦੇ ਨਾਲ ਨਹੀਂ ਸੀ ਮਿਟਦਾ, ਉਹ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਦੇ ਨਾਲ ਦੂਰ ਹੋ ਗਿਆ, ਹਟ ਗਿਆ, ਨਿਵਰਤੀ ਹੋ ਗਈ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਤੋਂ ਭਾਵ ਹੈ ਆਸਰਾ। ਜਿਸ ਨੂੰ ਪਰਮੇਸ਼ਰ ਜੀ ਨੇ ਆਪਣੇ ਨਾਮ ਦਾ ਆਸਰਾ ਦੇ ਦਿੱਤਾ ਨਾ, ਉਸ ਦੇ ਦੁੱਖਾਂ ਦਾ ਤੇ ਰੋਗਾਂ ਦਾ ਡੇਰਾ ਭਾਵ ਅਗਿਆਨ ਵੀ ਭੰਨ ਦਿੱਤਾ ਤੇ ਸਰੀਰ ਦੇ ਜਿਹੜੇ ਰੋਗ ਸਨ ਉਹ ਵੀ ਨਿਵਰਤ ਕਰ ਦਿੱਤੇ। ਨਿਤਨੇਮ ਦੇ ਅਨੁਸਾਰ ਰਾਜਾ ਰਾਣੀ ਨੂੰ ਨਾਲ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਂਦਾ ਹੈ। ਜਲ ਵਾਲਾ ਬਰਤਨ ਸਤਿਗੁਰੂ ਸਾਹਿਬ ਜੀ ਦੀ ਮੰਜੀ ਸਾਹਿਬ ਦੇ ਥੱਲੇ ਟਿਕਾ ਦਿੱਤਾ ਜਾਂਦਾ ਹੈ। ਪੂਰਾ ਪਾਠ ਰਾਜਾ ਤੇ ਰਾਣੀ ਸਤ ਸੰਗਤ ਵਿੱਚ ਬੈਠ ਕਰਕੇ ਸ਼ਰਵਣ ਕਰਦੇ ਨੇ। ਸਮਾਪਤੀ ਤੋਂ ਉਪਰੰਤ ਅਰਦਾਸ ਹੁੰਦੀ ਹੈ, ਜਲ ਲੈ ਕਰਕੇ ਜਾਂਦੇ ਨੇ ਤੇ ਦੋਵੇਂ ਜੀ ਛਕ ਲੈਂਦੇ ਨੇ। ਤੇ ਸਾਲ ਭਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਏ, ਰਾਣੀ ਦੀ ਕੁੱਖ ਹਰੀ ਹੋਈ ਏ, ਸਪੁੱਤਰ ਦੀ ਦਾਤ ਬਖਸ਼ਿਸ਼ ਕਰ ਦੇਣਾ ਕੀਤੀ ਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹ ਸਦੀਵ ਕਾਲ ਤੋਂ ਪ੍ਰਮਾਤਮਾ ਜੀ ਦਾ ਬਿਰਧ ਹੈ, ਸੁਭਾਅ ਹੈ। ਜਿਹੜਾ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਨਾ ਕਰਦਾ ਹੈ ਨਾ, ਉਸ ਨੇ ਸੁਖ ਪਾਇਆ ਹੈ। ਰਾਜੇ ਨੇ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਮਹਾਂਪੁਰਖਾਂ ਦੇ ਬਚਨ ਦੇ ਅਨੁਸਾਰ, ਤੇ ਭਗੰਦਰ ਦੇ ਰੋਗ ਨੂੰ ਹਟਾ ਕਰਕੇ ਸਰੀਰ ਨੂੰ ਸੁਖ ਮਿਲਿਆ ਹੈ। ਤੇ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਰੋਜ਼ਾਨਾ ਸਰਵਣ ਕੀਤਾ ਹੈ, ਤੇ ਬੇ ਔਲਾਦੇ ਹੋਣ ਦਾ, ਔਂਤਰੇ ਹੋਣ ਦਾ ਜਿਹੜਾ ਮਿਹਣਾ ਸੀ ਉਹ ਮਿਟ ਗਿਆ, ਸੌਂਤਰਾ ਹੋ ਗਿਆ, ਸਪੁੱਤਰ ਵਾਲਾ ਹੋ ਗਿਆ, ਰਾਜ ਭਾਗ ਦਾ ਅਧਿਕਾਰੀ ਪ੍ਰਾਪਤ ਹੋ ਗਿਆ। ਰਾਮ ਰਵਤ ਸਦ ਹੀ ਸੁਖ ਪਾਇਆ। ਭਾਈ ਸਦਾ ਸਦਾ ਤੋਂ ਪ੍ਰਮਾਤਮਾ ਜੀ ਦਾ ਇਹ ਬਿਰਦ ਹੈ, ਜਿਸ ਨੇ ਨਾਮ ਨੂੰ ਉਚਾਰਿਆ ਹੈ ਉਸ ਨੇ ਪ੍ਰਤੱਖ ਦੁਨਿਆਵੀ ਸੁਖ ਪਾਇਆ ਹੈ। ਹਿਰਦੇ ਦੇ ਪਿਆਰ ਕਰਕੇ ਜੇ ਸਿਮਰਨਾ ਕੀਤਾ ਹੈ ਤੇ ਸੁਖ ਪਾਇਆ। ਆਤਮ ਸੁਖ, ਪਰਮਾਤਮਾ ਜੀ ਦੀ ਅਭੇਦਤਾ ਦਾ ਸੁਖ, ਬ੍ਰਹਮ ਗਿਆਨ ਦੇ ਸੁਖ ਨੂੰ ਤਿਸ ਨੇ ਤੁਰਿਆ ਪਦ ਦੇ ਸੁਖ ਨੂੰ ਪਾਇਆ ਹੈ। ਮਇਆ ਕਰੀ ਪੂਰਨ ਹਰ ਰਾਇਆ। ਜੋ ਪੂਰਨ ਪਰਮੇਸ਼ਰ ਜੀ ਹਰੀ ਪਰਮਾਤਮਾ ਪ੍ਰਕਾਸ਼ ਸਰੂਪ ਨੇ ਨਾ, ਇਹ ਵਾਹਿਗੁਰੂ ਜੀ ਨੇ ਨਾਮ ਜਪਣ ਵਾਲਿਆਂ ਦੇ ਉੱਪਰ ਮਇਆ ਹੀ ਕੀਤੀ ਹੈ, ਦਇਆਲਤਾ ਕਿਰਪਾਲਤਾ ਮਿਹਰ ਹੀ ਕੀਤੀ ਹੈ, ਜੋ ਲੋਕ ਪਰਲੋਕ ਦੇ ਸੁਖ ਬਖਸ਼ਿਸ਼ ਕਰਨਾ ਕੀਤੇ ਹਨ ਜੀ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ। ਕਹੁ ਨਾਨਕ ਜਾ ਕੇ ਪੂਰੇ ਭਾਗ। ਇਹ ਸੱਚੇ ਪਾਤਸ਼ਾਹ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਦੀਵ ਕਾਲ ਵਾਸਤੇ ਅਭੇਦਤਾ ਕਿਹਨਾਂ ਨੂੰ ਮਿਲਦੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ। ਕਹੁ ਨਾਨਕ ਜਾ ਕੇ ਪੂਰੇ ਭਾਗ। ਸਿੱਖੋ, ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ਟ ਪੂਰਬਲੇ ਕਰਮਾਂ ਦੇ ਕੀਤੇ ਹੋਏ ਜਿਹੜੇ ਨਿਸ਼ਕਾਮ ਕਰਮ ਨੇ ਨਾ, ਉਹਨਾਂ ਨਿਸ਼ਕਾਮ ਕਰਮਾਂ ਦੇ ਅਨੁਸਾਰ ਮੱਥੇ ਦੇ ਜਿਹੜੇ ਭਾਗ ਨੇ ਉਹ ਪੂਰਨ ਹੋਏ ਨੇ, ਫਲ ਦੇਣ ਵਾਸਤੇ ਉਦੈ ਹੋਏ ਨੇ। ਜਿਨ੍ਹਾਂ ਦੇ ਨਿਸ਼ਕਾਮ ਕਰਮ ਪ੍ਰਗਟ ਹੋਏ ਨੇ ਫਲ ਦੇਣ ਵਾਸਤੇ, ਹਰ ਹਰ ਨਾਮ ਅਸਥਿਰ ਸੁਹਾਗ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਫਿਰ ਉਹਨਾਂ ਜਗਿਆਸੂ ਜਨਾਂ ਨੇ ਹਰ ਹਰ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਦੋਂ ਹਰ ਵੇਲੇ ਜਪਣਾ ਕੀਤਾ ਨਾ, ਜਿਹੜੇ ਵਾਹਿਗੁਰੂ ਜੀ ਸਾਰੇ ਦੁੱਖ ਜਨ ਦਰਦ ਕਲੇਸ਼ਾਂ ਨੂੰ ਹਰ ਲੈਣ ਵਾਲੇ, ਨਾਸ਼ ਕਰ ਲੈਣ ਵਾਲੇ, ਦੇਣ ਵਾਲੇ ਨੇ, ਫਿਰ ਤਿੰਨਾਂ ਉੱਤਮ ਅਧਿਕਾਰੀਆਂ ਨੇ ਵਾਹਿਗੁਰੂ ਜੀ ਨੂੰ ਸੁਹਾਗ ਰੂਪ ਦੇ ਵਿੱਚ, ਕੰਤ ਰੂਪ ਦੇ ਵਿੱਚ ਪ੍ਰਾਪਤ ਕਰ ਲੈਣਾ ਕੀਤਾ ਹੈ। ਇਸੇ ਹੀ ਪ੍ਰਕਾਰ ਹਰ ਹਰ ਨਾਮ
ਅਸਥਿਰ ਸੁਹਾਗ। ਹਰ ਹਰ ਜਿਨ੍ਹਾਂ ਨੇ ਹਰ ਵੇਲੇ ਜਪਣਾ ਕੀਤਾ ਅਸਥਿਰ ਸੁਹਾਗ। ਕਿਉਂਕਿ ਪਤੀ ਤਾਂ ਸੰਸਾਰ ਦੇ ਅੰਦਰ ਰਹਿੰਦਿਆਂ ਬੀਬੀਆਂ ਨੂੰ ਸਭਨਾਂ ਨੂੰ ਪ੍ਰਾਪਤ ਹੋ ਜਾਂਦਾ, ਪਰ ਉਹ ਜਿਹੜਾ ਪਤੀ ਹੈ ਉਹ ਸਥਿਰ ਨਹੀਂ ਹੈ। ਜਾਂ ਬੀਬੀ ਚੜ੍ਹਾਈ ਕਰ ਜਾਵੇ ਤੇ ਪਤੀ ਰਹਿ ਜਾਂਦਾ ਹੈ, ਤੇ ਪਤੀ ਚੜ੍ਹਾਈ ਕਰ ਜਾਵੇ ਤੇ ਬੀਬੀ ਵਿਚਾਰੀ ਵਿਧਵਾ ਰਹਿ ਜਾਂਦੀ ਏ। ਪਰ ਜਿਹੜਾ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੁਹਾਗ ਹੈ ਨਾ, ਉਹ ਤਾਂ ਅਸਥਿਰ ਸੁਹਾਗ ਹੈ। ਜਗਿਆਸੂ ਰੂਪ ਇਸਤਰੀ ਨੂੰ ਐਸਾ ਅਸਥਿਰ ਸੁਹਾਗ ਕੰਤ ਮਿਲਦਾ ਹੈ, ਮਾਲਕ ਮਿਲਦਾ ਹੈ, ਸਾਹਿਬ ਮਿਲਦਾ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸੀ। ਜਗਿਆਸੂ ਜਨਾਂ ਨੇ ਮੌਤ ਤੋਂ ਰਹਿਤ ਹਸਤੀ ਪ੍ਰਮਾਤਮਾ ਜੀ ਨੂੰ ਵਰ ਸਰੂਪ ਦੇ ਵਿੱਚ ਪਤੀ ਸਰੂਪ ਦੇ ਅੰਦਰ ਪ੍ਰਾਪਤ ਕਰ ਲਿਆ ਹੈ, ਜੋ ਸੱਚ ਸਭਨਾ ਕਾ ਖਸਮ ਹੈ। ਖਸਮ ਤੇ ਉਹ ਸਭਨਾ ਦਾ ਹੈ, ਮਾਲਿਕ ਤੇ ਉਹ ਸਭਨਾ ਦਾ ਹੈ। ਪਰ ਭਾਵਨਾ ਵਾਲਿਆਂ ਨੂੰ, ਪ੍ਰੇਮ ਵਾਲਿਆਂ ਨੂੰ, ਜਗਿਆਸੂਆ ਵਾਲਿਆਂ ਨੂੰ, ਸਤਿਗੁਰੂ ਜੀ ਦੀ ਨਦਰ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਹ ਸੁਹਾਗ ਐਸਾ ਹੈ ਜਿਹੜਾ ਨਾ ਕਦੇ ਛੱਡ ਕੇ ਜਾਂਦਾ ਹੈ ਤੇ ਨਾ ਕਦੇ ਜਗਿਆਸੂ ਰੂਪ ਇਸਤਰੀ ਵਿਧਵਾ ਹੁੰਦੀ ਹੈ। ਪਰਮਾਤਮਾ ਜੀ ਮੌਤ ਤੋਂ ਰਹਿਤ ਨੇ ਨਾ, ਅਕਾਲ ਮੂਰਤ ਮੌਤ ਤੋਂ ਰਹਿਤ ਹਸਤੀ ਨੇ। ਇਸ ਕਰਕੇ ਸਤਿਗੁਰੂ ਜੀ ਦੀ ਨਦਰ ਦੇ ਨਾਲ ਜਗਿਆਸੂ ਰੂਪ ਇਸਤਰੀਆਂ ਨੇ ਵਾਹਿਗੁਰੂ ਪਰਮਾਤਮਾ ਜੀ ਨੂੰ ਕੰਤ ਰੂਪ ਦੇ ਵਿੱਚ, ਪਤੀ ਰੂਪ ਦੇ ਵਿੱਚ ਪ੍ਰਾਪਤ ਕਰ ਲਿਆ ਹੈ ਤੇ ਸਦੀਵ ਕਾਲ ਵਾਸਤੇ ਅਸਥਿਰ ਸੁਹਾਗ ਤਿਨਾਂ ਨੂੰ ਮਿਲਿਆ ਹੈ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਜੀ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਧੋਤੀ ਖੋਲ ਵਿਛਾਏ ਹੇਠ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਲਖਤੇ ਜਿਗਰ ਨੂਰੇ ਨਜ਼ਰ ਜਗਤ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਕਰਾਉਣ ਵਾਸਤੇ ਨਾ ਦੱਲੇ ਨਗਰ ਭਾਈ ਨਾਰਾਇਣ ਦਾਸ ਜੀ ਦੀ ਸਪੁੱਤਰੀ ਭਾਈ ਪਾਰੋ ਜੀ ਦੀ ਪੋਤਰੀ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਨੰਦ ਕਾਰਜ ਕਰਵਾਉਣ ਵਾਸਤੇ ਨਿਯਤ ਸਮੇਂ ਤੇ ਬਾਰਾਤ ਲੈ ਕਰਕੇ ਪੁੱਜੇ ਨੇ। ਗੁਰਸਿੱਖ ਸੰਗਤਾਂ ਦੇ ਅੰਦਰ, ਸਿੱਖਾਂ ਦੇ ਅੰਦਰ, ਪੂਰੇ ਡੱਲੇ ਨਗਰ ਦੇ ਅੰਦਰ ਬੜਾ ਉਤਸ਼ਾਹ ਹੈ, ਬੜੀਆਂ ਖੁਸ਼ੀਆਂ ਨੇ, ਬੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਮੰਗਲਾਚਾਰ ਕੀਤੇ ਜਾ ਰਹੇ ਨੇ, ਗੁਰਬਾਣੀ ਦੇ ਸ਼ਬਦ ਘੋੜੀਆਂ ਦਾ ਕੀਰਤਨ ਕੀਤਾ ਜਾ ਰਿਹਾ ਹੈ, ਆਨੰਦ ਪੂਰਵਕ ਸਾਰਾ ਕਾਰਜ ਹੋ ਰਿਹਾ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਨੰਦ ਕਾਰਜ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਹੈ। ਤੇ ਸਾਧ ਸੰਗਤ ਜੀ ਇੱਥੇ ਇੱਕ ਪੰਡਿਤ ਹੋਇਆ ਕਰਦਾ ਸੀ ਜਿਹਦੀ ਕੁੱਦੂ ਅੱਲ ਪਈ ਹੋਈ ਸੀ। ਉਹਦਾ ਨਾਮ ਕਦਰੂ ਤੇ ਕੁਦਰੂ ਇਤਿਹਾਸ ਵਿੱਚ ਆਉਂਦੇ ਨੇ। ਤੇ ਇਸ ਦਾ ਇਹ ਨੇਮ ਸੀ, ਜਿੱਥੇ ਵੀ ਕਿਸੇ ਦਾ ਵਿਆਹ ਹੁੰਦਾ ਸੀ, ਚਾਹੇ ਕਿਸੇ ਮਾਈ ਦਾ ਹੋਵੇ, ਭਾਈ ਦਾ ਹੋਵੇ, ਕਹਿਣ ਤੋਂ ਭਾਵ ਲੜਕੀ ਦਾ ਹੋਵੇ ਜਾਂ ਲੜਕੇ ਦਾ ਹੋਵੇ, ਉੱਥੇ ਹੀ ਇਸਨੇ ਪਹੁੰਚ ਜਾਣਾ ਤੇ ਜਾ ਕਰਕੇ ਇਸਨੇ ਭੰਗੜਾ ਪਾਉਣਾ ਤੇ ਭੰਗੜਾ ਪਾ ਕਰਕੇ ਫਿਰ ਮੂੰਹੋਂ ਮੰਗਿਆ ਦਾਨ ਲੈਣਾ। ਮੈਂ ਬ੍ਰਾਹਮਣ ਹਾਂ, ਪੁਰੋਹਿਤ ਹਾਂ, ਮੈਨੂੰ ਦਾਨ ਦਿਓ। ਤੇ ਜੇ ਕਿਸੇ ਨੇ ਜਥਾ ਸ਼ਕਤ ਆਪਣੀ ਵੇਤਨ ਅਨੁਸਾਰ ਦਾਨ ਦੇਣਾ ਨਾ, ਤੇ ਇਸਨੇ ਛੁਰੀ ਕੱਢ ਲੈਣੀ। ਜਿੰਨਾ ਦਾਨ ਮੂੰਹੋਂ ਮੰਗਿਆ ਕਹਿਣਾ ਇੰਨਾ ਹੀ ਲੈਣਾ। ਜੇ ਘੱਟ ਦਿੱਤਾ ਤੇ ਆਪਣੇ ਢਿੱਡ ਵਿੱਚ ਛੁਰੀ ਮਾਰ ਕੇ ਮਰ ਜਾਊਂਗਾ, ਤੇ ਜੇ ਮੈਂ ਮਰ ਗਿਆ ਤੇ ਤੁਹਾਡੇ ਸਿਰ ਤੇ ਬ੍ਰਹਮ ਹੱਤਿਆ ਦਾ ਦੋਸ਼ ਲੱਗੂਗਾ, ਕਿਉਂਕਿ ਮੈਂ ਬ੍ਰਾਹਮਣ ਹਾਂ। ਇਸ ਪ੍ਰਕਾਰ ਧਮਕੀਆਂ ਦੇ ਕਰਕੇ, ਡਰਾ ਕਰਕੇ ਮੂੰਹੋਂ ਮੰਗੇ ਇਸਨੇ ਦਾਨ ਲੈਣੇ। ਤੇ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਸ਼ਰਵਣ ਕਰਨਾ ਕੀਤਾ ਹੈ, ਗਰੀਬ ਨਿਵਾਜ ਸਤਿਗੁਰੂ ਜੀ ਆਪਣੇ ਇਕਲੌਤੇ ਸਾਹਿਬਜ਼ਾਦੇ ਹੋਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਕਰਨ ਵਾਸਤੇ ਲੈ ਕੇ ਆਏ ਨੇ। ਆਨੰਦ ਕਾਰਜ ਸੰਪੰਨ ਹੋਇਆ ਤੇ ਇਹ ਕੁੱਦੂ ਅਲ ਵਾਲਾ ਕਦਰੂ ਅਥਵਾ ਕੁਦਰੂ ਨਾਮ ਦਾ ਬ੍ਰਾਹਮਣ ਇੱਥੇ ਵੀ ਆ ਪੁੱਜਾ। ਆ ਕਰਕੇ ਸਤਿਗੁਰੂ ਜੀ ਦੇ ਪਾਸੋਂ ਮੰਗਣਾ ਕੀਤਾ, ਜੀ ਮੈਨੂੰ ਦਾਨ ਦਿਓ, ਮੈਂ 100 ਰੁਪਈਆ ਦਾਨ ਲੈਣਾ ਹੈ। ਹੁਣ ਸਤਿਗੁਰੂ ਜੀ ਦੇ ਘਰ ਵਿੱਚ 100 ਰੁਪਈਆ ਕੀ ਮਾਇਨੇ ਰੱਖਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਜ਼ਾਨਚੀ ਭਾਈ ਸਾਲੋ ਜੀ ਨੂੰ ਹੁਕਮ ਕੀਤਾ, ਭਾਈ ਸਾਲੋ ਦੇ ਇਸ ਨੂੰ 100 ਰੁਪਈਆ। 100 ਰੁਪਈਆ ਦੇ ਦਿੱਤਾ। ਕਹਿੰਦਾ ਤੇ ਝਾਟੀ ਮੰਨ ਗਏ। 100 ਰੁਪਈਆ ਕੋਈ ਮਾਇਨਾ ਨਹੀਂ ਰੱਖਦਾ, ਜੇ ਜ਼ਿਆਦਾ ਮੰਗਦਾ ਤੇ ਜ਼ਿਆਦਾ ਮਿਲ ਜਾਣੇ ਸੀ। ਲਾਲਚ ਵੱਧ ਗਿਆ। ਕਹਿੰਦਾ ਮਹਾਰਾਜ ਮੈਂ ਤੇ 500 ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਰ ਦਿੱਤਾ, ਕਹਿੰਦੇ ਭਾਈ ਸਾਲੋ 500 ਹੀ ਬਖਸ਼ ਦੇ। ਕਿਉਂਕਿ ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਇਆ, ਸਤਿਗੁਰੂ ਜੀ ਨੇ ਮੂੰਹੋਂ ਮੰਗੇ ਦਾਨ ਦਿੱਤੇ, ਕਿਸੇ ਨੂੰ ਵੀ ਖਾਲੀ ਮੋੜਿਆ ਨਹੀਂ। ਲਾਲਚ ਹੋਰ ਵੱਧ ਗਿਆ। ਕਹਿੰਦਾ ਗੁਰੂ ਘਰ ਦੇ ਵਿੱਚ ਤੇ ਖਜ਼ਾਨੇ ਬੜੇ ਭਰੇ ਨੇ, ਗਲਤੀ ਕੀਤੀ, ਮੈਂ 500 ਮੰਗਿਆ, ਮੈਂ 1000 ਮੰਗਣਾ ਸੀ। ਕਹਿਣ ਲੱਗਾ ਮਹਾਰਾਜ
100 ਦੇ ਦਿੱਤਾ ਚੰਗੀ ਗੱਲ ਹੈ, 500 ਦੇ ਦਿੱਤਾ ਚੰਗੀ ਗੱਲ ਹੈ, ਪਰ ਤੁਸੀਂ ਜਗਤ ਗੁਰੂ ਹੋ, ਤੁਹਾਡੇ ਕੋਲੋਂ 500 ਨਹੀਂ, ਤੁਹਾਡੇ ਕੋਲ 1000 ਹੋਰ ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ 1000 ਦੇਣ ਲੱਗੇ ਨੇ ਤੇ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦਾ ਤੇ ਕੰਮ ਹੀ ਇਹ ਹੈ, ਤੁਸਾਂ 100, ਇਸਨੇ 100 ਮੰਗਿਆ ਤੁਸਾਂ 100 ਬਖਸ਼ ਦਿੱਤਾ, 500 ਮੰਗਿਆ ਤੁਸਾਂ 500 ਬਖਸ਼ ਦਿੱਤਾ, ਮਹਾਰਾਜ ਤੁਸੀਂ 1000 ਵੀ ਦੇ ਦੇਵੋਗੇ, 10,000 ਵੀ ਦੇ ਦੇਵੋਗੇ, ਹੋਰ ਵੱਧ ਦੇ ਦੇਵੋਗੇ, ਤੁਹਾਨੂੰ ਤੇ ਫਰਕ ਨਹੀਂ ਪੈਣਾ, ਪਰ ਇਲਾਕੇ ਦੀਆਂ ਸੰਗਤਾਂ ਨੂੰ, ਲੋਕਾਂ ਨੂੰ ਬਹੁਤ ਫਰਕ ਪੈਣਾ ਜੀ। ਮਹਾਰਾਜ ਜਿੰਨਾ ਇਸ ਦਾ ਲਾਲਚ ਵੱਧ ਗਿਆ, ਇਹਨਾਂ ਨੇ ਹੋਰ ਲੋਕਾਂ ਦੇ ਘਰਾਂ ਚੋਂ ਜਾ ਕੇ ਵੀ ਉਹਨੇ ਹੀ ਵੱਧ ਮੰਗਣੇ ਨੇ, ਤੇ ਜਿਸ ਦੇ ਕੋਲੋਂ ਨਾ ਦਿੱਤੇ ਗਏ ਇਸਨੇ ਛੁਰੀ ਵਿਖਾ ਕੇ ਧਮਕੀਆਂ ਦੇਣੀਆਂ, ਮੈਂ ਢਿੱਡ 'ਚ ਮਾਰ ਕੇ ਮਰ ਜਾਣਾ ਹੈ, ਤੁਹਾਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗੂਗਾ, ਮਹਾਰਾਜ ਕਿਰਪਾ ਕਰੋ, ਹੁਣ ਇਸ ਨੂੰ ਮਾਇਆ ਨਾ ਦਿਓ, ਮਹਾਰਾਜ ਕਿਰਪਾਲਤਾ ਕਰੋ, ਪਰ ਉਪਕਾਰ ਇਹ ਕਰੋ ਕਿ ਇਸ ਦਾ ਲਾਲਚ ਖਤਮ ਕਰ ਦਿਓ, ਜਿਹੜੇ ਹੋਰ ਗਰੀਬ ਗੁਰਬਿਆਂ ਤੇ ਆਮ ਜਨਤਾ ਨੂੰ, ਆਮ ਲੋਕਾਂ ਨੂੰ, ਸੰਗਤਾਂ ਨੂੰ ਤੰਗ ਨਾ ਕਰੇ ਮੂੰਹੋਂ ਮੰਗਿਆ ਦਾਨ ਮੰਗ ਮੰਗ ਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ ਨੇ ਤੇ ਕਹਿਣ ਲੱਗੇ, ਕਦਰੂ ਜਿਹੜਾ ਤੂੰ ਹੋਰ ਦਾਨ ਮੰਗ ਰਿਹਾ ਉਸ ਦੀ ਬਾਤ ਬਾਅਦ ਵਿੱਚ ਕਰਾਂਗੇ, ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਭੋਜਨ ਪ੍ਰਸ਼ਾਦਾ ਛਕਣਾ ਕਰ। ਤੇ ਜਦੋਂ ਇਸ ਪ੍ਰਕਾਰ ਬਚਨ ਕੀਤਾ ਨਾ, ਤੇ ਸਾਧ ਸੰਗਤ ਜੀ ਜਿਹੜੀ ਇਸਨੇ ਧੋਤੀ ਬੰਨੀ ਹੋਈ ਸੀ ਉਹਦੀਆਂ ਮਰੋੜੀਆਂ ਢਿੱਲੀਆਂ ਕਰ ਲਈਆਂ, ਧੋਤੀ ਢਿੱਲੀ ਕਰ ਲਈ। ਉਸ ਦਾ ਕਾਰਨ ਇਹ ਸੀ ਕਿ ਪੇਟ ਢਿੱਲਾ ਹੋ ਜਾਵੇ ਤੇ ਜ਼ਿਆਦਾ ਭੋਜਨ ਛਕਿਆ ਜਾਵੇ, ਪੇਟ ਕੱਸ ਕੇ ਬੰਨਿਆ ਹੋਵੇ ਤੇ ਭੋਜਨ ਜ਼ਿਆਦਾ ਨਹੀਂ ਨਾ ਛਕਿਆ ਜਾਂਦਾ। ਤੇ ਬ੍ਰਾਹਮਣ ਲੋਕਾਂ ਦੀ ਇਹ ਨੀਤੀ ਹੁੰਦੀ ਸੀ ਕਿ ਇੱਕ ਧੋਤੀ ਤੇੜ ਬੰਨੀ ਹੋਣੀ ਤੇ ਇੱਕ ਧੋਤੀ ਕੋਲ ਰੱਖਦੇ ਸੀ, ਜੀ ਇਹ ਸੁੱਚਾ ਬਸਤਰ ਹੈ, ਇੱਕ ਜੂਠੀ ਹੋ ਜਾਵੇ ਤੇ ਦੂਜੀ ਬੰਨ ਲਵਾਂਗੇ। ਤੇ ਜਦੋਂ ਕਿਤੇ ਬੈਠਣਾ ਹੁੰਦਾ, ਜਿਹੜੀ ਤੈਅ ਕਰਕੇ ਜੋੜ ਕੇ ਧੋਤੀ ਕੋਲ ਰੱਖੀ ਹੁੰਦੀ ਸੀ ਉਸ ਨੂੰ ਖੋਲ ਕੇ ਵਿਛਾ ਲੈਣਾ। ਜਨਵਾਨਾਂ ਦੇ ਘਰ ਦਾ ਭੋਜਨ ਤੇ ਖਾ ਲੈਣਾ, ਪਰ ਚਾਦਰ ਨਹੀਂ, ਤੁਹਾਡੇ ਜਿਹੜੀਆਂ ਚਾਦਰਾਂ ਉਹ ਜੂਠੀਆਂ ਨੇ, ਅਸੀਂ ਸੁੱਚੀ ਚਾਦਰ ਤੇ ਬੈਠਣਾ, ਆਪਣੀ ਧੋਤੀ ਵਿਛਾ ਕਰਕੇ ਬੈਠਿਆ ਕਰਦੇ ਸਨ। ਇਸ ਪ੍ਰਕਾਰ ਜਦੋਂ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਨਾ, ਭਾਈ ਸਾਰੀਆਂ ਸੰਗਤਾਂ ਭੋਜਨ ਪ੍ਰਸ਼ਾਦਾ ਪਾ ਰਹੀਆਂ ਨੇ, ਭਾਵ ਛਕ ਰਹੀਆਂ ਨੇ, ਕਦਰੂ ਤੂੰ ਵੀ ਪਹਿਲਾਂ ਭੋਜਨ ਛਕ, ਫਿਰ ਬਾਤ ਕਰਦੇ ਆ, ਫਿਰ ਗੱਲ ਕਰਦੇ ਆ। ਲਾਲਚ ਵਸ ਹੋਏ ਨੇ, ਧੋਤੀ ਦੀਆਂ ਮਰੋੜੀਆਂ ਢਿੱਲੀਆਂ ਕੀਤੀਆਂ, ਇੱਕ ਚਾਦਰ ਜਿਹੜੀ ਧੋਤੀ ਕੋਲ ਸੀ ਉਸ ਨੂੰ ਵਿਛਾਇਆ, ਉੱਪਰ ਬੈਠ ਗਿਆ। ਤੇ ਗੁਰੂ ਘਰ ਵਿੱਚ ਸਾਧ ਸੰਗਤ ਜੀ ਕਿਹੜਾ ਪਦਾਰਥਾਂ ਦਾ ਘਾਟਾ ਹੈ, ਖੀਰ, ਪੂੜੇ, ਪੂੜੀਆਂ, ਕੜਾਹ ਇਤਿਆਦਿਕ ਪਦਾਰਥ ਵਰਤਣ ਲੱਗੇ ਨੇ, ਸਵਾਦ ਦੇ ਨਾਲ ਰਸ ਲੈਂਦਾ ਲੈਂਦਾ ਬਹੁਤ ਭੋਜਨ ਛਕ ਗਿਆ। ਇੰਨਾ ਭੋਜਨ ਰੱਜ ਕੇ ਛਕਿਆ, ਇੱਕ ਤੇ ਪਹਿਲੇ ਢਿੱਡ ਬੜਾ ਭਾਰੀ ਹੈ, ਫਿਰ ਰੱਜ ਕੇ ਭੋਜਨ ਛਕ ਲਿਆ, ਜਦੋਂ ਉੱਠਣ ਲੱਗਾ ਤੇ ਉਹਨੂੰ ਉੱਠਿਆ ਨਹੀਂ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਇਸ ਦੀ ਹਾਲਤ ਦੇਖ ਕਰਕੇ ਨਾ, ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਸੱਚ ਦਾ ਉਪਦੇਸ਼ ਬਖਸ਼ਣ ਵਾਸਤੇ, ਇਸ ਦੇ ਲਾਲਚ ਨੂੰ ਦੂਰ ਕਰਨ ਵਾਸਤੇ, ਗਿਆਨ ਦਾਤਾ ਸਤਿਗੁਰੂ ਜੀ ਨੇ ਮੁਕਤੀ ਦਾਤਾ ਉਪਦੇਸ਼ ਨੂੰ ਫਰਮਾ ਕਰਕੇ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਧੋਤੀ ਖੋਲ ਵਿਛਾਏ ਹੇਠ, ਹੇ ਕਦਰੂ ਜਿਹੜੀ ਧੋਤੀ ਤੂੰ ਤੇੜ ਬੰਨੀ ਹੋਈ ਹੈ ਉਸ ਦੀਆਂ ਤੇ ਮਰੋੜੀਆਂ ਢਿੱਲੀਆਂ ਕਰ ਲਈਆਂ, ਤੇ ਜਿਹੜੀ ਜੋੜ ਕੇ ਹੱਥ ਵਿੱਚ ਫੜੀ ਸੀ ਉਸ ਨੂੰ ਖੋਲ ਕਰਕੇ ਤਹਿ ਨੂੰ ਤੇ ਹੇਠਾਂ ਤੂੰ ਵਿਛਾ ਲੈਣਾ ਕੀਤਾ ਹੈ ਜ਼ਮੀਨ ਦੇ ਉੱਪਰ, ਤੇ ਆਪ ਉੱਪਰ ਬੈਠ ਗਿਆ ਹੈ ਚੌਕੜਾ ਮਾਰ ਕੇ, ਜਿਵੇਂ ਕੁੱਲ ਦਾ ਪ੍ਰੋਹਤ ਹੁੰਦਾ ਹੈ, ਦੂਸਰਿਆਂ ਦੀ ਕੁੱਲ ਦਾ ਪ੍ਰੋਹਤ ਬਣ ਕੇ ਜਾਣਾ ਹੈ, ਆਪਣੇ ਆਪ ਨੂੰ ਗੁਰੂ ਅਖਵਾਉਣਾ ਹੈ। ਇੱਥੇ ਵੀ ਜਾਤ ਦਾ ਹੰਕਾਰ ਕਰਕੇ ਭਾਈ ਬੜਾ ਤੂੰ ਆਸਣ ਜਮਾ ਕੇ ਫੱਬ ਕੇ ਬੈਠ ਗਿਆ ਹੈ। ਗਰਦਪ ਵਾਂਗੂ ਲਾਹੇ ਪੇਟ, ਤੇ ਜਿਸ ਪ੍ਰਕਾਰ ਗਰਦਬ ਗਧਾ ਹੁੰਦਾ ਨਾ, ਤੇ ਰੂੜੀਆਂ ਤੇ ਵੀ ਮੂੰਹ ਮਾਰਦਾ ਹੈ, ਖੇਤਾਂ 'ਚ ਵੀ ਮੂੰਹ ਮਾਰਦਾ ਹੈ, ਜਿੱਧਰ ਵੀ ਕੁਝ ਹਰਿਆਵਲ ਦਿਸਦਾ ਖਾਈ ਜਾਂਦਾ ਹੈ, ਲਾਲਚ ਕਰਕੇ ਬਹੁਤਾ ਖਾਂਦਾ ਹੈ। ਤੇ ਜਦੋਂ ਢਿੱਡ ਭਰ ਜਾਂਦਾ ਹੈ ਫਿਰ ਰੂੜੀ ਤੇ ਲੇਟਦਾ ਹੈ, ਫਿਰ ਖੇ ਅਡਾਉਂਦਾ ਹੈ। ਇਸੇ ਪ੍ਰਕਾਰ ਗਰਦਬ ਵਾਂਗੂ ਲਾਹੀ, ਗਰਦਬ ਵਾਂਗੂ ਗਧੇ ਵਾਂਗੂ ਜਜਮਾਨਾਂ ਦੇ ਘਰਾਂ ਵਿੱਚ ਜਾ ਕਰਕੇ ਤੇ ਜਿਹੜੇ ਭੋਜਨ ਪਦਾਰਥ ਪਕਵਾਨ ਨੇ ਪੇਟ ਦੇ ਵਿੱਚ ਲਾਹੀ ਹੀ ਜਾਂਦਾ ਹੈ, ਖਾਈ ਹੀ ਜਾਂਦਾ ਹੈ। ਖਾ ਖਾ ਕੇ ਏਡਾ ਵੱਡਾ ਢਿੱਡ ਵਧਾ ਲਿਆ ਹੈ। ਤ੍ਰਿਗ ਤਿਨਾਂ ਦਾ ਜੀਵਿਆ ਜਿਨ ਖਾਏ ਵਧਾਇਆ ਪੇਟ, ਖਾ ਖਾ ਕੇ ਢਿੱਡ ਹੀ ਵਧਾ ਛੱਡਿਆ। ਹਜ਼ੂਰ ਫਰਮਾਉਂਦੇ ਲਾਨਤ ਹੈ ਐਸੇ ਪੁਰਖਾਂ ਦੇ ਜੀਵਨ ਨੂੰ ਜਿਹੜੇ ਨਾਮ ਨਹੀਂ ਜਪਦੇ ਤੇ ਖਾ ਖਾ ਕੇ ਢਿੱਡ ਵਧਾਈ ਜਾਂਦੇ ਨੇ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ, ਇੱਕ ਸੱਚਾ ਹੀ ਹਿੱਤ ਕਰਨ ਵਾਲਾ ਮਿੱਤਰ ਹੈ। ਨਾਮ ਤੋਂ ਬਿਨਾਂ ਜਿਤਨਿਆਂ ਦੇ ਨਾਲ ਵੀ ਹਿੱਤ ਕਰਦਾ ਹੈ, ਚਾਹੇ ਸਰੀਰ ਨੇ, ਚਾਹੇ ਭੋਜਨ ਨੇ, ਪਦਾਰਥ ਨੇ, ਚਾਹੇ ਕੋਈ ਹੋਰ ਵਸਤੂ ਹੈ, ਉਹ ਸਾਰੇ ਜਿਹੜੇ ਨੇ ਨਾ ਉਹ ਸਾਰੇ ਦੁਸ਼ਮਣ ਸਰੂਪ ਹੀ ਨੇ। ਮਿੱਤਰ ਤੇ ਇੱਕ ਨਾਮ ਹੀ ਹੈ। ਹੇ ਕੁਦਰੂ ਗਰਦਬ ਵਾਂਗੂ ਲਾਹੇ ਪੇਟ, ਜਜਮਾਨਾਂ ਦੇ ਘਰਾਂ ਵਿੱਚ ਜਾ ਕਰਕੇ ਗਧੇ ਵਾਂਗੂ ਖਾਈ ਜਾਣਾ ਹੈ, ਆਪਣੇ ਪੇਟ ਦੇ ਅੰਦਰ ਪਦਾਰਥ ਲਾਹੀ ਜਾਣਾ, ਭਰੀ ਜਾਂਦਾ ਹੈ।
ਬਿਨ ਕਰ ਤੂਤੀ ਮੁਕਤ ਨਾ ਪਾਈਐ। ਕਹਿਣ ਲੱਗਾ ਜੀ ਇਹ ਦੋਸ਼ ਦੂਜਿਆਂ ਨੂੰ ਲੱਗਦੇ ਨੇ, ਮੈਂ ਤੇ ਬ੍ਰਾਹਮਣ ਆ ਤੇ ਬ੍ਰਾਹਮਣ ਸਦਾ ਮੁਕਤ ਹੁੰਦਾ ਹੈ, ਸਵਰਗਾ ਵਿੱਚ ਜਾਣਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕੁਦਰੂ ਕੋਈ ਜਾਤ ਕਰਕੇ ਨਾ ਸਵਰਗਾਂ ਵਿੱਚ ਜਾ ਸਕਦਾ। ਜੇ ਮੈਂ ਉੱਚੀ ਜਾਤ ਦਾ ਤੇ ਸਵਰਗਾਂ ਵਿੱਚ ਥਾਂ ਮਿਲੇ ਤੇ ਨੀਵੀਂ ਜਾਤ ਵਾਲੇ ਨਰਕਾਂ ਵਿੱਚ ਜਾਣਗੇ, ਐਸਾ ਨਹੀਂ ਹੈ। ਪਰਮੇਸ਼ਰ ਜੀ ਦਾ ਸਿਧਾਂਤ ਨਹੀਂ। ਇਹ ਤਾਂ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਚੰਗੇ ਕਰਮ ਨਿਸ਼ਕਾਮ ਕਰਮਾਂ ਵਾਲਾ ਪ੍ਰਮਾਤਮਾ ਜੀ ਦੇ ਨੇੜੇ ਪਹੁੰਚ ਜਾਂਦਾ ਹੈ ਤੇ ਬੁਰੇ ਕਰਮਾਂ ਵਾਲਾ ਪ੍ਰਮਾਤਮਾ ਜੀ ਤੋਂ ਦੂਰੀ ਬਣਾ ਲੈਂਦਾ, ਦੂਰੀ ਪੈ ਜਾਂਦੀ ਏ। ਇੱਥੇ ਜਾਤਾਂ ਨਹੀਂ ਪਰਖੀਆਂ ਜਾਂਦੀਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਿਨ ਕਰ ਤੂਤੀ ਮੁਕਤ ਨਾ ਪਾਈਐ। ਨਿਸ਼ਕਾਮ ਕਰਮਾ ਰੂਪੀ ਕਰਨੀ ਤੋਂ ਬਿਨਾ ਮੁਕਤੀ ਨਾ ਪਾਈਐ, ਨਹੀਂ ਪ੍ਰਾਪਤ ਹੁੰਦੀ ਹੈ। ਇਸੇ ਹੀ ਪ੍ਰਕਾਰ ਇਹੋ ਪੰਕਤੀ, ਬਿਨ ਕਰ ਤੂਤੀ ਮੁਕਤ ਨਾ ਪਾਈਐ। ਨਾਮ ਜਪਣਾ ਹੀ ਸਭ ਤੋਂ ਉੱਤਮ ਕਰਤੂਤ, ਭਾਵ ਭਲਾ ਕਰਮ ਹੈ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਪੁਰਾਤਨ ਸਮਿਆਂ ਦੇ ਵਿੱਚ ਕਿਸੇ ਨੇ ਆਪਣੀ ਬੱਚੇ ਦਾ ਵਿਆਹ ਕਰਨਾ ਨਾ ਤੇ ਬਹੁਤ ਜ਼ਿਆਦਾ ਦਾਨ ਇਤਿਆਦਿਕ ਦੇਣੇ ਗਰੀਬਾਂ ਗੁਰਬਿਆਂ ਨੂੰ, ਤੇ ਆਪਣੀ ਧੀ ਨੂੰ ਵੀ ਬੜੇ ਦਾਨ ਦੇਣੇ। ਤੇ ਜਿਸ ਨੇ ਬਹੁਤ ਜ਼ਿਆਦਾ ਖਰਚਾ ਕਰਨਾ ਤੇ ਲੋਕਾਂ ਨੇ ਕਹਿਣਾ ਫਲਾਣੇ ਨੇ ਬੜੀ ਚੰਗੀ ਕਰਤੂਤ ਕੀਤੀ ਹੈ। ਉੱਤਮ ਕਰਮ ਦਾ ਨਾਮ ਕਰਤੂਤ ਹੋਇਆ ਕਰਦਾ ਸੀ। ਅੱਜ ਭਾਵੇਂ ਇਸ ਦੇ ਮਾਇਨੇ ਬਦਲ ਚੁੱਕੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਾਰਿਆਂ ਕਰਤੂਤਾਂ ਤੋਂ ਉੱਤਮ ਕਰਤੂਤ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੀ, ਨਾਮ ਜਪਣਾ। ਜਿਹੜਾ ਸਿਮਰਨ ਤੋਂ ਹੀਣਾ, ਸ਼ੁਭ ਕਰਮਾਂ ਦੀ ਕਰਤੂਤ ਤੋਂ ਹੀਣਾ ਵਾ ਨਾ ਪਿਆਰਿਓ, ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਮੁਕਤ ਪਦਾਰਥ ਨਾਮ ਧਿਆਈਐ। ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਇਹ ਮੁਕਤੀ ਕਿਵੇਂ ਪ੍ਰਾਪਤ ਹੁੰਦੀ, ਕਿਹਨਾਂ ਨੂੰ ਮਿਲਦੀ ਏ? ਅਥਵਾ ਕਦਰੂ ਨਾਮ ਦੇ ਬ੍ਰਾਹਮਣ ਨੇ ਕਹਿਣਾ ਕੀਤਾ, ਜੀ ਜੇ ਜਾਤ ਕਰਕੇ ਬ੍ਰਾਹਮਣ ਨੂੰ ਵੀ ਮੁਕਤੀ ਨਹੀਂ ਮਿਲਦੀ ਤੇ ਫਿਰ ਮੁਕਤੀ ਮਿਲਦੀ ਕਿਸ ਨੂੰ ਹੈ? ਤੇ ਚਾਰ ਪਦਾਰਥ ਸ੍ਰੇਸ਼ਟ ਮੰਨੇ ਗਏ ਨੇ ਨਾ। ਇੱਕ ਤਾਂ ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਖ। ਇਹ ਚਾਰ ਪਦਾਰਥ ਨੇ। ਧਰਮ ਵਿੱਚ ਪਰਫੈਕਟਤਾ ਹੋਣੀ, ਪਦਾਰਥਾਂ ਦੀ ਪ੍ਰਾਪਤੀ ਹੋਣੀ, ਕਾਮਨਾਵਾਂ ਪੂਰੀਆਂ ਹੋਣੀਆਂ ਤੇ ਅੰਤਮ ਸਮੇਂ ਮੁਕਤੀ ਮੋਕਸ਼ ਮਿਲ ਜਾਣਾ। ਇੱਕ ਚਾਰ ਪਦਾਰਥ ਇਹ ਨੇ। ਤੇ ਸਾਧ ਸੰਗਤ ਜੀ, ਇੱਕ ਚਾਰ ਪਦਾਰਥ ਨੇ, ਜਨਮ ਪਦਾਰਥ, ਨਾਮ ਪਦਾਰਥ, ਇਸੇ ਪ੍ਰਕਾਰ ਮੁਕਤ ਪਦਾਰਥ, ਗਿਆਨ ਪਦਾਰਥ। ਇਹ ਚਾਰ ਪਦਾਰਥ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਦੇ ਨੇ ਤੇ 84 ਲੱਖ ਜੂਨੀਆਂ ਦੇ ਵਿੱਚੋਂ ਸਿਰਮੌਰ ਜੂਨੀ ਮਨੁੱਖਾ ਜਨਮ ਦੀ ਦਾਤ ਬਖਸ਼ਣਾ ਕਰਦੇ। ਇਹ ਜਨਮ ਪਦਾਰਥ ਹੈ। 84 ਲੱਖ ਜੂਨੀਆਂ ਵਿੱਚੋਂ ਉੱਤਮ ਹੈ। ਤੇ ਜੀਵ ਦੇ ਮੱਥੇ ਦੇ ਸ੍ਰੇਸ਼ਟ ਭਾਗ ਜਾਗਦੇ ਨੇ, ਪੂਰੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਪਦਾਰਥ ਬਖਸ਼ਦੇ ਨੇ, ਜਿਹੜਾ ਕੁੱਲ ਦੁਨੀਆ ਸ੍ਰਿਸ਼ਟੀ ਦੇ ਸਾਰੇ ਪਦਾਰਥਾਂ ਤੋਂ ਉੱਤਮ ਹੈ। ਤੇ ਜਿਸ ਵੇਲੇ ਜਗਿਆਸੂ ਸਤਿਗੁਰੂ ਜੀ ਤੋਂ ਨਾਮ ਪ੍ਰਾਪਤ ਕਰਕੇ ਹਿਰਦੇ ਦੇ ਪਿਆਰ ਦੇ ਕਰਕੇ ਜਪਦਾ ਹੈ ਨਾ, ਤੇ ਫਿਰ ਪ੍ਰਾਪਤ ਹੁੰਦਾ ਹੈ ਗਿਆਨ ਪਦਾਰਥ, ਭਾਵ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਜਿਸ ਨੂੰ ਬ੍ਰਹਮ ਗਿਆਨ ਦੀ ਦਾਤ ਮਿਲ ਗਈ, ਉਹ ਮੁਕਤ ਪਦਾਰਥ ਨੂੰ ਪ੍ਰਾਪਤ ਕਰਦਾ ਹੈ। ਪਦਾਰਥਾਂ ਤੋਂ ਮੁਕਤੀ, ਮੋਹ ਤੋਂ ਮੁਕਤੀ, ਵਿਕਾਰਾਂ ਤੋਂ ਮੁਕਤੀ, ਜੰਮਣ ਮਰਨ ਤੋਂ ਮੁਕਤੀ। ਇਸ ਪ੍ਰਕਾਰ ਚੌਥਾ ਜਿਹੜਾ ਪਦਾਰਥ ਉਹ ਮੁਕਤ ਪਦਾਰਥ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਕਦਰੂ ਜਾਤੀ ਦੇ ਹੰਕਾਰ ਦੇ ਨਾਲ ਮੁਕਤੀ ਦਾ ਪਦਾਰਥ ਨਹੀਂ ਪਾਇਆ ਜਾਂਦਾ। ਇਹ ਤੇ ਵਾਹਿਗੁਰੂ ਜੀ ਦਾ ਨਾਮ ਧਿਆਉਣ ਦੇ ਨਾਲ ਪ੍ਰਤੱਖ ਪਦਾਰਥਾਂ ਦੇ ਮੋਹ ਤੋਂ ਮੁਕਤੀ ਪਾਈਦੀ ਹੈ। ਤੂੰ ਤਾਂ ਛੁਰੀ ਹੱਥ ਵਿੱਚ ਫੜ ਕੇ ਡਰਾਵੇ ਦੇ ਕਰਕੇ ਦਾਨ ਧੱਕੇ ਦੇ ਨਾਲ ਲੈਂਦਾ ਹੈ। ਇਹ ਤੇਰੇ ਪਦਾਰਥਾਂ ਦੇ ਬੰਧਨ ਪਏ ਹੋਏ ਨੇ ਤੇਰੇ ਮਨ ਨੂੰ, ਤੂੰ ਮੁਕਤ ਨਹੀਂ ਹੈ। ਤੇ ਜਦੋਂ ਤੂੰ ਜਿਉਂਦਾ ਹੀ ਮੁਕਤ ਨਹੀਂ ਤੇ ਫਿਰ ਮਰ ਕੇ ਕੀ ਮੁਕਤ ਹੋ ਜਾਵੇਗਾ? ਤੇਰੇ ਕੋਲ ਹੁਣ ਅਵਸਰ ਸਮਾਂ ਹੈ। ਜੇ ਤੂੰ ਹੁਣ ਮੁਕਤ ਨਹੀਂ ਤੇ ਫਿਰ ਮਰਨੇ ਤੋਂ ਬਾਅਦ ਵੀ ਅਵਸਰ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਮੁਕਤ ਨਹੀਂ ਹੋ ਸਕੇਗਾ। ਇਸੇ ਪੰਕਤੀ ਨੂੰ ਦੁਬਾਰਾ ਪੜ੍ਹ ਦਿਓ ਜੀ। ਮੁਕਤ ਪਦਾਰਥ ਨਾਮ ਧਿਆਈਐ। ਨਾਮ ਦੇ ਅੰਦਰ ਇਤਨੀ ਵੱਡੀ ਭਾਰੀ ਬਰਕਤ ਹੈ। ਜਪਣ ਵਾਲਿਆਂ ਨੂੰ ਪਦਾਰਥਾਂ ਦੇ ਮੋਹ ਤੋਂ ਮੁਕਤੀ ਮਿਲਦੀ ਹੈ। ਇਸੇ ਪ੍ਰਕਾਰ ਜੰਮਣ ਮਰਨ ਤੋਂ ਮੁਕਤੀ ਮਿਲਦੀ ਹੈ, ਵਿਕਾਰਾਂ ਤੋਂ ਮਿਲਦੀ ਹੈ। ਇਹ ਮੁਕਤੀ ਰੂਪੀ ਪਦਾਰਥ ਜਿਹੜਾ ਹੈ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਨੇ ਦੇ ਨਾਲ ਪਾਈਦਾ ਹੈ। ਸਤਿਗੁਰੂ ਜੀ ਤੋਂ ਨਾਮ ਪਦਾਰਥ ਲੈ ਕਰਕੇ ਜਪਣਾ ਕਰ, ਸਿਮਰਨਾ ਕਰ, ਤਾਂ ਮੁਕਤ ਹੋਵੇਗਾ। ਜਾਤੀ ਦੇ ਹੰਕਾਰ ਨਾਲ ਪਿਆਰਿਆ ਮੁਕਤ ਨਹੀਂ ਹੋਇਆ ਜਾਣਾ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਪੂਜਾ ਤਿਲਕ ਕਰਤ ਇਸ਼ਨਾਨਾ। ਕਹਿਣ ਲੱਗਾ ਸੱਚੇ ਪਾਤਸ਼ਾਹ
ਮੈਂ ਮੁਕਤ ਹੋ ਜਾਣਾ, ਮੈਂ ਸਵਰਗਾਂ 'ਚ ਹੀ ਜਾਵਾਂਗਾ। ਜੀ ਕਿਵੇਂ ਜਾਵੇਂਗਾ? ਕਹਿਣ ਲੱਗਾ ਜੀ ਮੈਂ ਇਸ਼ਨਾਨ ਕਰਦਾ ਹਾਂ, ਮੈਂ ਆਪਣੇ ਸਰੀਰ ਦੇ ਉੱਪਰ 12 ਤਿਲਕ ਲਾਉਣਾ ਹਾਂ, ਮੱਥੇ ਤੇ, ਗਲੇ ਤੇ, ਛਾਤੀ ਤੇ, ਡੌਲਿਆਂ ਤੇ, ਪੱਟਾਂ ਤੇ ਇਤਿਆਦਿਕ 12 ਤਿਲਕ ਲਾਉਣਾ ਹਾਂ ਮੈਂ। ਇਸੇ ਪ੍ਰਕਾਰ ਦੇਵਤਿਆਂ ਦੀ ਮੈਂ ਪੂਜਾ ਕਰਦਾ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਆ ਭਾਵੇਂ ਤੂੰ ਤਿਲਕ ਲਾਉਣਾ ਇਹ ਵਿਖਾਵੇ ਵਾਸਤੇ ਲਾਉਣਾ ਹੈ। ਜੇ ਤੂੰ ਇਸ਼ਨਾਨਾ ਜਾ ਕਰਕੇ ਤੀਰਥਾਂ ਤੇ ਇਸ਼ਨਾਨ ਕਰਦਾ ਤੇ ਉਹ ਹੰਕਾਰ ਦੇ ਸਹਿਤ ਕਰਦਾ ਹੈ, ਤੇ ਜੇ ਪੂਜਾ ਕਰਦਾ ਹੈ ਤੇ ਹਿਰਦੇ ਦੇ ਪਿਆਰ ਕਰਕੇ ਨਹੀਂ ਕਰਦਾ, ਉਹ ਵਿਖਾਵੇ ਮਾਤਰ ਵਾਸਤੇ ਕਰਦਾ ਹਾਂ। ਇਸ ਕਰਕੇ ਹੰਕਾਰ ਦੇ ਸਹਿਤ ਕੀਤੇ ਹੋਏ ਤੀਰਥਾਂ ਦੇ ਇਸ਼ਨਾਨ, ਵਿਖਾਵੇ ਵਾਸਤੇ ਲਗਾਏ ਹੋਏ ਤਿਲਕ ਤੇ ਦਿਖਾਵਿਆਂ ਦੀ ਕੀਤੀ ਹੋਈ ਜਿਹੜੀ ਪੂਜਾ ਹੈ ਇਹ ਮੁਕਤ ਨਹੀਂ ਕਰਦੀ ਹੈ। ਫਿਰ ਪੜ੍ਹਦੇ ਹੋ ਜੀ, ਪੂਜਾ ਤਿਲਕ ਕਰਤ ਇਸ਼ਨਾਨਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਦੇਵ ਪੂਜਾ ਕਰਦਾ ਹਾਂ। ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ, ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਉਹਨਾਂ ਨੂੰ ਇਸ਼ਨਾਨ ਕਰਵਾਉਂਦਾ ਹਾਂ। ਫਿਰ ਉਹਨਾਂ ਨੂੰ ਮੈਂ ਕੇਸਰ ਇਤਿਆਦਿਕ ਕੁੰਕਮ ਜਿਹੜਾ ਹੈ ਘਸਾ ਕਰਕੇ ਤਿਲਕ ਲਾਉਂਦਾ ਹਾਂ। ਫਿਰ ਮੈਂ ਉਹਨਾਂ ਦੀ ਪੂਜਾ ਕਰਦਾ ਹਾਂ। ਤੇ ਦੇਵ ਪੂਜਾ ਕਰਨ ਵਾਲੇ ਸਵਰਗਾਂ ਵਿੱਚ ਜਾਂਦੇ ਨੇ ਤੇ ਹਜ਼ੂਰ ਉਪਦੇਸ਼ ਦਿੰਦੇ ਹਨ ਜੀ, ਸ਼ੁਰੀ ਕਾਢ ਲੀਵੈ ਹੱਥ ਦਾਨਾ। ਹੇ ਪੰਡਿਤ ਜੀ, ਕਰਮ ਸਾਰੇ ਕਰਦੇ ਹੋ ਫੋਕਟ ਕਰਮ, ਵਿਖਾਵੇ ਵਾਲੇ ਤੇ ਹੰਕਾਰ ਦੇ ਸਹਿਤ ਅਖਵਾਉਂਦੇ ਹੋ ਆਪਣੇ ਆਪ ਨੂੰ ਪੁਰੋਹਿਤ, ਤੇ ਜਜਮਾਨਾਂ ਦੇ ਘਰ ਵਿੱਚ ਜਾ ਕਰਕੇ ਛੁਰੀ ਕੱਢ ਲੈਂਦੇ ਹੋ ਤੇ ਮੂੰਹੋਂ ਮੰਗਿਆ ਦਾਨ ਲੈਂਦੇ ਹੋ। ਜੇ ਮੂੰਹੋਂ ਮੰਗਿਆ ਦਾਨ ਨਾ ਮਿਲਿਆ ਤੇ ਢਿੱਡ ਵਿੱਚ ਕਰਦ ਮਾਰ ਕੇ ਛੁਰੀ ਮਾਰ ਕੇ ਮਰ ਜਾਵਾਂਗਾ। ਇਸ ਪ੍ਰਕਾਰ ਹੱਥ ਵਿੱਚ ਛੁਰੀ ਫੜ ਕੇ ਤੇ ਜ਼ੋਰ ਦੇ ਨਾਲ, ਧੱਕੇ ਦੇ ਨਾਲ ਦਾਨ ਦਿੰਦੇ ਹੋ। ਤੂੰ ਸਵਰਗਾਂ ਦੇ ਵਿੱਚ ਗੱਲ ਕਰਦਾ ਜੀ ਬੰਧਨ ਤੋੜ ਕੇ ਚਲਿਆ ਜਾਵਾਂਗਾ, ਤੇਰੇ ਤੇ ਮਾਇਆ ਦੇ ਮੋਹ ਦੇ ਬੰਧਨ ਨਹੀਂ ਟੁੱਟੇ, ਤੇਰੇ ਤੇ ਲੋਭ ਲਾਲਚ ਦੇ ਬੰਧਨ ਨਹੀਂ ਟੁੱਟੇ, ਤਾਂ ਹੀ ਛੁਰੀ ਫੜ ਕੇ ਦਾਨ ਮੰਗਦਾ ਨਾ। ਸੋ ਕਿਵੇਂ ਮੁਕਤ ਹੋ ਜਾਵੇਂਗਾ ਤੂੰ? ਵੇਦ ਪੜੈ ਮੁਖ ਮੀਠੀ ਬਾਣੀ। ਆਪ ਕਹਿਣ ਲੱਗਾ ਜੀ ਮੈਂ ਵੇਦਾਂ ਨੂੰ ਪੜ੍ਹਦਾ ਹਾਂ, ਵੇਦਾਂ ਦੀਆਂ ਰੁਚਾਂ ਨੂੰ ਬੜਾ ਸੁਧਾਰ ਕੇ ਪੜ੍ਹਦਾ ਹਾਂ। ਤੇ ਸਤਿਗੁਰੂ ਜੀ ਕਹਿੰਦੇ ਫਿਰ ਕਿਹੜਾ ਪਿਆਰ ਦੇ ਨਾਲ ਪੜ੍ਹਦਾ? ਮੂੰਹ ਦੇ ਵਿੱਚੋਂ ਬੜੀ ਸੁਰੀਲੀ ਆਵਾਜ਼ ਦੇ ਨਾਲ, ਮਿੱਠੀ ਆਵਾਜ਼ ਦੇ ਨਾਲ ਵੇਦਾਂ ਦੀ ਬਾਣੀ ਨੂੰ, ਵੇਦਾਂ ਦੀਆਂ ਤੁਕਾਂ ਨੂੰ, ਰਿਚਾਂ ਨੂੰ, ਸਲੋਕਾਂ ਨੂੰ ਭਾਵੇਂ ਤੂੰ ਪੜ੍ਹਦਾ ਹੈ। ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਹੇ ਪ੍ਰਾਣਾ ਧਾਰੀ ਜੀਵ ਬ੍ਰਾਹਮਣ ਕੁਦਰੂ, ਜੀਵਾਂ ਨੂੰ ਕੋਂਦਾ ਹੈ, ਦੁੱਖ ਦਿੰਦਾ ਹੈ ਉਹਨਾਂ ਨੂੰ, ਭਾਵ ਧੱਕੇ ਦੇ ਨਾਲ ਉਹਨਾਂ ਦੇ ਪਾਸੋਂ ਦਾਨ ਪ੍ਰਾਪਤ ਕਰਦਾ ਹੈ। ਕਹੂ ਨਾਨਕ ਜਿਸ ਕਿਰਪਾ ਧਾਰੈ। ਤੇ ਢਹਿ ਕਰਕੇ ਚਰਨੀ ਪੈ ਗਿਆ। ਸੱਚੇ ਪਾਤਸ਼ਾਹ ਆਪ ਜੀ ਸੱਚ ਕਹਿੰਦੇ ਹੋ। ਵੇਦਾਂ ਦੀਆਂ ਸੁਰਤੀਆਂ ਨੂੰ ਯਾਦ ਕਰ ਲਿਆ, ਸ਼ਲੋਕ ਯਾਦ ਕੀਤੇ ਨੇ, ਪਰ ਉਹ ਲਾਲਚ ਵਸ ਹੋ ਕੇ ਯਾਦ ਕੀਤੇ ਨੇ। ਜਿੰਨੇ ਜ਼ਿਆਦਾ ਸ਼ਲੋਕ ਆਉਂਦੇ ਹੋਣਗੇ, ਜਿੰਨੀਆਂ ਪਿਆਰੀ ਆਵਾਜ਼ ਦੇ ਨਾਲ, ਮਿੱਠੀ ਆਵਾਜ਼ ਦੇ ਨਾਲ ਪੜਾਂਗਾ, ਓਨੀ ਜ਼ਿਆਦਾ ਮਾਇਆ ਪ੍ਰਾਪਤ ਹੋਵੇਗੀ। ਸਾਧ ਸੰਗਤ ਜੀ, ਇਹ ਵੱਡਾ ਭਾਰੀ ਗੁਣ ਹੁੰਦਾ, ਆਪਣੇ ਔਗਣਾਂ ਨੂੰ ਸਵੀਕਾਰ ਕਰਕੇ ਤੇ ਅੱਗੇ ਵਾਸਤੇ ਦਾਤ ਮੰਗਣੀ। ਸਤਿਗੁਰੂ ਜੀ ਸਿੱਧੇ ਰਸਤੇ ਤੇ ਪਾ ਦਿਓ। ਇਸ ਦੇ ਭਾਗ ਜਾਗੇ ਨੇ। ਸਤਿਗੁਰੂ ਜੀ ਨੇ ਨਦਰ ਕੀਤੀ ਏ, ਅੰਮ੍ਰਿਤ ਦ੍ਰਿਸ਼ਟੀ ਨੇ, ਐਸੀ ਕਿਰਪਾਲਤਾ ਕਰੀਏ। ਇਸ ਦਾ ਜਿਹੜਾ ਹਿਰਦਾ ਸੀ ਪੱਥਰ ਵਰਗਾ ਸਖਤ, ਗਰੀਬ ਗੁਰਬਿਆਂ ਤੇ ਵੀ ਤਰਸ ਨਹੀਂ ਸੀ ਕਰਦਾ, ਛੁਰੀ ਵਿਖਾ ਕੇ ਧੱਕੇ ਨਾਲ ਦਾਨ ਲੈ ਲੈਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਆਪਣੇ ਜ਼ੁਬਾਨੇ ਪਾਕ ਚੋਂ ਬਚਨ ਕੀਤੇ ਨੇ, ਹਿਰਦਾ ਦਰਬ ਗਿਆ ਹੈ। ਤੇ ਸਤਿਗੁਰਾਂ ਨੂੰ ਬੇਨਤੀ ਕਰਨਾ ਕਰਦਾ ਹੈ, ਹਿਰਦਾ ਸੁਧ ਬ੍ਰਹਮ ਵਿਚਾਰੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮੇਰਾ ਹਿਰਦਾ ਕਿਵੇਂ ਸ਼ੁੱਧ ਹੋਵੇ? ਜੋ ਮੈਂ ਮੁਖ ਦੇ ਵਿੱਚੋਂ ਵਿਖਾਵੇ ਮਾਤਰ ਹੀ ਪ੍ਰਿਚਾ ਪੜ੍ਹਦਾ ਹਾਂ ਵੇਦਾਂ ਦੀਆਂ। ਮਹਾਰਾਜ ਇਹ ਹਿਰਦੇ ਦੇ ਅੰਦਰ ਵਸ ਜਾਣ, ਅਥਵਾ ਆਪ ਜੀ ਦਾ ਉਪਦੇਸ਼ ਹਿਰਦੇ ਦੇ ਵਿੱਚ ਵਸ ਜਾਵੇ। ਮਹਾਰਾਜ ਹੰਕਾਰ ਦੀ ਨਿਵਰਤੀ ਹੋ ਜਾਵੇ, ਲੋਭ ਲਾਲਚ ਚੋਂ ਉੱਪਰ ਉੱਠ ਜਾਵਾਂ, ਐਸੀ ਨਦਰ ਕਿਵੇਂ ਹੋਵੇਗੀ? ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਸ ਵੇਲੇ ਬ੍ਰਹਮ ਦੀ ਵਿਚਾਰ ਕਰੇਗਾ, ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰੇਗਾ, ਤੇਰਾ ਜਿਹੜਾ ਹਿਰਦਾ ਹੈ ਉਹ ਸ਼ੁੱਧ ਹੋ ਜਾਵੇਗਾ। ਪਹਿਲੀ ਪੰਕਤੀ ਪੜ੍ਹਦੇ ਹੋ ਜੀ ਇਸ ਤੋਂ, ਕਹੂ ਨਾਨਕ ਜਿਸ ਕਿਰਪਾ ਧਾਰੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹੈ ਕੁਦਰੂ, ਜਿਸ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾ ਦਿੰਦੇ ਨੇ, ਪੂਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨਾਮ ਦੀ ਦਾਤ ਦੇ ਦਿੰਦੇ ਨੇ। ਤੇ ਸਤਿਗੁਰੂ ਜੀ ਤੋਂ ਪ੍ਰਾਪਤ ਕੀਤੇ ਹੋਏ ਨਾਮ ਨੂੰ ਜਿਸ ਵੇਲੇ ਜੀਵ ਜਪਣਾ ਕਰਦਾ ਨਾ, ਫਿਰ ਹਿਰਦਾ ਸ਼ੁੱਧ ਹੋ ਜਾਂਦਾ ਹੈ ਬ੍ਰਹਮ ਜੀ ਦੇ ਨਾਮ ਦੀ ਵਿਚਾਰ ਦੇ ਸਦਕਾ। ਜੇ ਤੂੰ ਆਪਣਾ ਹਿਰਦਾ ਸ਼ੁੱਧ ਕਰਨਾ ਲੋੜਦਾ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਹੋਣਾ ਚਾਹੁੰਦਾ ਹੈ, ਤੇ ਗੁਰ ਉਪਦੇਸ਼ ਲੈ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਕਰ।
ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਲੋਭ ਲਾਲਚਾਂ ਨੂੰ ਮੇਟ ਕਰਕੇ ਸੱਚ ਦਾ ਉਪਦੇਸ਼ ਦੇ ਕਰਕੇ ਨਾਮ ਦਾ ਰਸੀਆ ਬਣਾ ਕੀਤਾ ਹੈ। ਇਹ ਵੀ ਸਤਿਗੁਰੂ ਜੀ ਦੇ ਚਰਨੀ ਲੱਗ ਕਰਕੇ ਕਿਰਤਾਰਥ ਹੋਇਆ ਹੈ। ਇਸ ਦੇ ਪਰਥਾਏ ਸ਼ਬਦ ਉਚਾਰਨ ਕਰਕੇ ਜਿਵੇਂ ਸਰਬਤ ਸੰਸਾਰ ਜਗਤਰ ਨੂੰ ਸਾਂਝਾ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹੈ, ਸ਼ਰਵਣ ਕਰੀਏ ਇਸੇ ਸ਼ਬਦ ਨੂੰ ਸ਼ੁਰੂ ਤੋਂ ਪੜ੍ਹ ਦਿਓ ਜੀ। ਧੋਤੀ ਖੋਲ ਵਿਛਾਏ ਹੇਠ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਭਾਈ ਜਗਿਆਸੂ ਦੀ ਬਿਰਤੀ ਐਸੀ ਹੋ ਰਹੀ ਏ ਜਿਹੜੀ ਸ਼ੁੱਧ ਨਹੀਂ। ਧੋਤੀ ਨੇਤੀ ਨਿਓਲੀ ਕਰਨ ਵਾਲੇ 40 ਹੱਥ ਮਲਮਲ ਦਾ ਕੱਪੜਾ ਲੈਂਦੇ ਨੇ, ਇੱਕ ਸਿਰਾ ਦੰਦਾਂ ਵਿੱਚ ਬੰਨ੍ਹ ਲੈਂਦੇ ਨੇ ਤੇ ਇੱਕ ਹੱਥ ਰੋਜ਼ ਨਿਗਲਦੇ ਨੇ। 40 ਦਿਨਾਂ ਦੇ ਵਿੱਚ 40 ਹੱਥ 40 ਫੁੱਟ ਕਹਿ ਲਈਏ ਕੱਪੜਾ ਨਿਗਲ ਜਾਂਦੇ ਨੇ, ਖਾ ਜਾਂਦੇ ਨੇ, ਲੰਘਾ ਜਾਂਦੇ ਨੇ, ਚਿੱਥ ਕੇ ਨਹੀਂ ਸਾਬਤ ਲੰਘਾਉਂਦੇ ਨੇ। ਤੇ ਜਦੋਂ 40 ਦਿਨ ਪੂਰਾ ਹੋ ਜਾਂਦਾ ਫਿਰ ਮੂੰਹ ਰਾਹੀਂ ਹੌਲੀ ਸਾਰਾ ਦਾ ਸਾਰਾ ਵਾਪਸ ਖਿੱਚ ਲੈਂਦੇ ਨੇ। ਇਸ ਨੂੰ ਕਹਿੰਦੇ ਨੇ ਜੀ ਅਸੀਂ ਆਪਣੀਆਂ ਅੰਦਰਾਂ ਦੀ ਅੰਤੜੀਆਂ ਦੀ ਸਫਾਈ ਕੀਤੀ ਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਐਵੇਂ ਕੱਪੜੇ ਦੇ ਨਾਲ ਧੋਤੀ ਆਪਣੀਆਂ ਅੰਤੜੀਆਂ ਨੂੰ ਵੀ ਭਾਵੇਂ ਧੋ ਲੈਣਾ ਕੀਤਾ ਹੈ, ਨਿਓਲੀ ਕਰਮ ਇਤਿਆਦਿਕ ਵੀ ਕਰਨਾ ਕੀਤੇ। ਇਸੇ ਪ੍ਰਕਾਰ ਜਿਹੜੀ ਲਾਲਚ ਇਤਿਆਦਿਕ ਦੀ ਪੰਡ ਗੰਢ ਹਿਰਦੇ ਦੇ ਅੰਦਰ ਵੱਜੀ ਸੀ ਉਸ ਨੂੰ ਤੇ ਖੋਲਣਾ ਹੀ ਨਹੀਂ ਕੀਤਾ। ਤੇ ਵਿਛਾਏ ਹੇਠ ਪਦਾਰਥਾਂ ਦੇ ਭੁੱਖ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਪੁੰਜੇ ਕੱਪੜਾ ਵਿਛਾ ਕਰਕੇ ਬੈਠ ਜਾਂਦਾ ਹੈ ਭੋਜਨ ਛਕਣ ਵਾਸਤੇ। ਗਰਦਬ ਵਾਂਗੂ ਲਾਹੇ ਪੇਟ। ਤੇ ਇਹ ਜਿਹੜਾ ਉਪਦੇਸ਼ ਹੈ ਸਾਰੇ ਸੰਸਾਰ ਵਾਸਤੇ ਸਾਂਝਾ ਹੈ। ਨਾਮ ਤੋਂ ਟੁੱਟੇ ਹੋਏ ਜੀਵ ਨਾਮ ਨੂੰ ਤੇ ਨਹੀਂ ਜਪਦੇ, ਪਰ 36 ਪ੍ਰਕਾਰ ਦੇ 6 ਰਸਾਂ ਵਾਲੇ ਜਿਹੜੇ ਭੋਜਨ ਨੇ ਪੇਟ ਦੇ ਵਿੱਚ ਲਾਹੀ ਹੀ ਜਾਂਦੇ ਨੇ। ਚਾਹੇ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਹੋਵੇ ਤੇ ਅਗਲੇ ਘਰ ਵਾਲੇ ਵਿਚਾਰੇ ਨੇ ਪਤਾ ਨਹੀਂ ਦਾਲ ਪ੍ਰਸ਼ਾਦੇ ਦਾ ਕਿਵੇਂ ਪ੍ਰਬੰਧ ਕੀਤਾ ਹੁੰਦਾ, ਤੇ ਉੱਥੇ ਵੀ ਜਾ ਕੇ ਨੁਕਸ ਕੱਢਣੇ, ਦਾਲ ਵਿੱਚ ਲੂਣ ਘੱਟ ਹੈ, ਮਿਰਚ ਜ਼ਿਆਦਾ ਪਾਈ ਹੈ। ਅਗਲਿਆਂ ਦਾ ਘਰੋਂ ਘਰ ਚਲਾਉਣ ਵਾਲਾ ਜੀ ਤੁਰ ਗਿਆ ਹੈ ਤੇ ਇਸ ਨੂੰ ਦਾਲ ਦੀ ਲੂਣ ਮਿਰਚ ਪਈ ਸੁੱਜਦੀ ਹੈ, ਜ਼ੁਬਾਨ ਨੂੰ ਰਸ ਨਹੀਂ ਮਿਲਿਆ। ਤੇ ਮਹਾਰਾਜ ਜੀ ਫਰਮਾਵਣਾ ਕਰਦੇ ਨੇ, ਜਿਹੜਾ ਜ਼ੁਬਾਨ ਦਾ ਰਸੀਆ ਤੇ ਪਦਾਰਥਾਂ ਦਾ ਭੁੱਖਾ ਬੰਦਾ ਨਾ ਉਹ ਸਮਾਂ ਵੇਖਦਾ ਹੈ, ਨਾ ਉਹ ਵੇਲਾ ਵੇਖਦਾ ਹੈ, ਨਾ ਉਹ ਸਰੇਸ਼ਟ ਜਗ੍ਹਾ ਵੇਖਦਾ ਹੈ, ਨਾ ਉਹ ਕੁਥਾਂ ਦੇਖਦਾ ਹੈ। ਜਿੱਥੇ ਵੀ ਜਾਂਦਾ ਜਾ ਕੇ ਬੈਠ ਜਾਂਦਾ ਹੈ, ਮਾਰ ਲੈਂਦਾ ਚੌਂਕੜਾ ਤੇ ਫਿਰ ਗਧੇ ਵਾਂਗੂ ਪਦਾਰਥ ਢਿੱਡ ਦੇ ਵਿੱਚ ਲਾਹੀ ਹੀ ਜਾਂਦਾ ਹੈ, ਢਿੱਡ ਭਰ ਕੇ ਖਾਂਦਾ ਹੈ। ਬਿਨ ਕਰ ਤੂਤੀ ਮੁਕਤ ਨਾ ਪਾਈ ਹੈ। ਤੇ ਜਿਸ ਪਰਮਾਤਮਾ ਜੀ ਨੇ ਸਾਰੇ ਪਦਾਰਥ ਦਿੱਤੇ, ਭੋਜਨ ਦਿੱਤੇ, ਉਸ ਦੇ ਨਾਮ ਨੂੰ ਨਹੀਂ ਜਪਦਾ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਸ੍ਰੇਸ਼ਟ ਕਰਤੱਵ ਤੇ ਇਹ ਸੀ, ਪਰ ਨਾਮ ਨੂੰ ਨਹੀਂ ਜਪਣਾ ਕੀਤਾ। ਸ੍ਰੇਸ਼ਟ ਕਰਤੱਵ ਨਾਮ ਜਪਣ ਰੂਪੀ ਨਹੀਂ ਕਰਨਾ ਕੀਤਾ ਹੈ। ਇਸ ਸ੍ਰੇਸ਼ਟ ਕਰਮ ਨੂੰ ਨਾ ਕਰਨੇ ਕਰਕੇ ਜ਼ੁਬਾਨ ਦੇ ਰਸ ਤੋਂ, ਰਸ ਨੂੰ ਪ੍ਰਾਪਤ ਕਰਨੀ ਦੇ ਬੰਧਨ ਤੋਂ ਵੀ ਮੁਕਤੀ ਨਹੀਂ ਪ੍ਰਾਪਤ ਕਰਦਾ ਹੈ। ਭੋਜਨ ਇਤਿਆਦਿਕਾਂ ਦੇ ਰਸਾਂ ਕਸਾਂ ਵਿੱਚ ਹੀ ਬੱਝਾ ਰਹਿ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਸ੍ਰੇਸ਼ਟ ਮਰਿਆਦਾ ਦੱਸੀ ਏ। ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਕੁਝ ਛਕਣਾ ਹੈ। ਤੇ ਬਚਨ ਕਰਨਾ ਕੀਤੇ ਨੇ। ਗਰੀਬ ਨਿਵਾਜ ਸਾਹਿਬ ਜੀ ਦੇ ਰਹਿਤਨਾਮਿਆਂ ਵਿੱਚ ਪਾਵਨ ਬਚਨ ਨੇ, ਬਿਨ ਜਪ ਜਾਪ ਜਪੈ ਬਿਨਾ ਜੋ ਜੇਵੈ ਪ੍ਰਸਾਦ ਸੋ ਵਿਸਟਾ ਕਾ ਜੰਤ ਹੋਏ ਜਨਮ ਗਵਾਇਓ ਬਾਦ। ਜਿਹੜਾ ਨਾਮ ਜਪਣ ਤੋਂ ਬਿਨਾ ਭੋਜਨ ਪ੍ਰਸ਼ਾਦਾ ਛਕਦਾ ਹੈ ਨਾ, ਨਿਤਨੇਮ ਜਪਦੀ ਸਾਹਿਬ ਜਾਪ ਸਾਹਿਬ ਪੜ੍ਹੇ ਤੋਂ ਬਿਨਾ ਪ੍ਰਸ਼ਾਦ ਛਕਦਾ ਤੇ ਨਾਮ ਜਪਦਾ ਹੀ ਨਹੀਂ। ਹਜ਼ੂਰ ਫਰਮਾਉਂਦੇ ਨੇ, ਗੰਦਗੀ ਦਾ ਕੀੜਾ ਸਮਝੋ ਉਸ ਨੂੰ, ਜਨਮ ਆਪਣਾ ਉਸਨੇ ਵਿਅਰਥ ਗਵਾ ਲਿਆ ਹੈ। ਤੇ ਸਾਧ ਸੰਗਤ ਜੀ, ਗੁਰਮੁਖਾਂ ਨੂੰ ਛੱਡ ਕੇ, ਨਿਤਨੇਮੀਆਂ ਨਾਮ ਦੇ ਰਸੀਆਂ ਨੂੰ ਛੱਡ ਕੇ, ਮਰਿਆਦਾ ਵਿੱਚ ਰਹਿਣ ਵਾਲਿਆਂ ਨੂੰ ਛੱਡ ਕੇ ਦੁਨੀਆ ਦੇ ਅੰਦਰ ਝਾਤ ਮਾਰੀਏ ਤੇ ਐਸੇ ਲੋਕਾਂ ਦੇ ਨਾਲ ਸੰਸਾਰ ਭਰਿਆ ਪਿਆ ਹੈ, ਪ੍ਰਿਥਵੀ ਮੰਡਲ ਭਰਿਆ ਪਿਆ ਹੈ। ਹਜ਼ੂਰ ਫਰਮਾਉਂਦੇ ਨੇ, ਪਦਾਰਥਾਂ ਦੇ ਦਾਤੇ ਜੀ ਦਾ ਨਾਮ ਤੇ ਨਹੀਂ ਜਪਦੇ ਤੇ ਗਧੇ ਵਾਂਗੂ ਆਪਣੇ ਪੇਟ ਦੇ ਅੰਦਰ ਪਦਾਰਥ 3-3 ਵਕਤ ਦਿਨ ਦੇ ਵਿੱਚ ਲਾਈ ਜਾਂਦੇ ਨੇ। ਸਵੇਰੇ ਢਿੱਡ ਭਰ ਕੇ ਖਾ ਲਿਆ, ਦੁਪਹਿਰੇ ਵੀ ਖਾ ਲਿਆ, ਰਾਤ ਨੂੰ ਵੀ ਖਾ ਲਿਆ, ਰੱਜ ਕੇ ਖਾਂਦੇ ਨੇ, ਪਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ। ਇਸ ਪ੍ਰਕਾਰ ਰਸਾਂ ਕਸਾਂ ਦੇ ਅਧੀਨ, ਪਦਾਰਥ ਖਾਣ ਦੇ ਲੋਭ ਦੇ ਅਧੀਨ ਨੇ। ਨਾਮ ਜਪਣ ਰੂਪੀ ਕਰਤੂਤ ਕੀਤੇ ਤੋਂ ਬਿਨਾ ਪਿਆਰਿਓ ਮੁਕਤੀ ਨਹੀਂ ਪਾਈਦੀ ਹੈ। ਮੁਕਤ ਪਦਾਰਥ ਨਾਮ ਧਿਆਈ ਹੈ। ਫਿਰ ਮੁਕਤੀ ਕਿਵੇਂ ਮਿਲੇਗੀ? ਲੋਭ ਲਾਲਚਾਂ ਤੋਂ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਮੁਕਤੀ ਨੂੰ ਦੇਣੇ ਵਾਲਾ ਨਾਮ ਪਦਾਰਥ ਜੋ ਹੈ ਉਸ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਪਿਆਰਿਓ ਧਿਆਉਣਾ ਕਰੀਏ ਤਾਂ ਮੁਕਤੀ ਪ੍ਰਾਪਤ ਹੁੰਦੀ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
ਪੂਜਾ ਤਿਲਕ ਕਰਤ ਇਸਨਾਨਾ। ਵਿਖਾਵੇ ਮਾਤਰ ਦੀ ਪੂਜਾ, ਵਿਖਾਵੇ ਮਾਤਰ ਦੇ ਤਿਲਕ, ਵਿਖਾਵੇ ਮਾਤਰ ਦੇ ਇਸ਼ਨਾਨ, ਇਹ ਵੀ ਜੀਵ ਦਾ ਪਾਰ ਉਤਾਰਾ ਨਹੀਂ ਕਰ ਸਕਦੇ। ਬਾਹਰ ਧੋਤੀ ਤੂਮੜੀ ਅੰਦਰ ਵੇਸਨ ਕੋਰ, ਇੱਕ ਭਉ ਲੱਥੀ ਨਹਾਤਿਆ ਦੋਏ ਭਾ ਚੜੀਐ ਸਹੂਰ। ਜੇ ਐਸਾ ਕਠੋਰ ਹਿਰਦਾ ਹੈ ਫਿਰ ਇਸ ਪ੍ਰਕਾਰ ਦੇ ਕਰਮ ਕਾਂਡ ਵੀ ਪਾਰ ਉਤਾਰਾ ਨਹੀਂ ਕਰਦੇ ਹਨ ਜੀ। ਛੁਰੀ ਕਾਢ ਲੇਵੈ ਹੱਥ ਦਾਨਾ। ਸੋ ਜਿਹੜਾ ਜੀਵ ਹੈ ਇਹ ਤਿੱਖੇ ਬਚਨਾ ਰੂਪੀ ਜਿਹੜੀ ਛੁਰੀ ਹੈ ਹਮੇਸ਼ਾ ਫੜ ਕਰਕੇ ਰੱਖਦਾ ਹੈ। ਛੁਰੀ ਕਾਢ ਤਿੱਖੇ ਬਚਨਾਂ ਦੇ ਨਾਲ ਦੂਸਰਿਆਂ ਦੇ ਸੋ ਜਿਹੜੇ ਜਗਿਆਸੂ ਜਨ ਨੇ ਦੁੱਖ ਦੇਣ ਵਾਲੇ ਤਿੰਨਾਂ ਨੂੰ ਜਿਹੜੇ ਬਚਨ ਕਰਨੇ ਆ ਇਹ ਛੁਰੀ ਦਾ ਚਲਾਵਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਨਾ ਪਿਆਰਿਆ, ਕਿਸੇ ਨੂੰ ਵੀ ਕੌੜਾ ਬੋਲ ਬੋਲਣਾ ਜਿਹੜਾ ਵਾਜਬ ਨਹੀਂ ਹੈ, ਯੋਗ ਨਹੀਂ ਹੈ। ਸਭਨਾਂ ਦੇ ਜਿਹੜੇ ਹਿਰਦੇ ਨੇ ਕੀਮਤੀ ਮਾਣਕ ਨੇ, ਇਸ ਕਰਕੇ ਕੌੜੇ ਬਚਨ ਬੋਲ ਕਰਕੇ ਕਿਸੇ ਦਾ ਹਿਰਦਾ ਨਾ ਦੁਖਾ, ਕਿਸੇ ਦਾ ਦਿਲ ਨਾ ਦੁਖਾ। ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦੀ ਚਾਹਤ ਰੱਖਦਾ ਹੈ ਤੇ ਹਜ਼ੂਰ ਫਰਮਾਵਨਾ ਕਰਦੇ ਨੇ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ ਤੇਰੇ ਅੰਦਰ ਤੜਫ ਹੈ, ਚਾਹਤ ਹੈ, ਕਿਸੇ ਦਾ ਹਿਰਦਾ ਨਾ ਤੋੜ, ਕਿਉਂਕਿ ਸਭਨਾ ਹਿਰਦਿਆਂ ਦੇ ਅੰਦਰ ਰੱਬ ਵਸਦਾ ਹੈ। ਪਰ ਕੌੜੇ ਬਚਨਾ ਰੂਪੀ ਸ਼੍ਰੀ ਛੁਰੀ ਹਰ ਵੇਲੇ ਐਸੀ ਚਲਾਉਣਾ ਕਰਦਾ ਹੈ, ਮਨ ਰੂਪੀ ਹੱਥ ਦੇ ਵਿੱਚ ਫੜ ਕਰਕੇ ਰੱਖਦਾ ਹੈ, ਅਗਲੇ ਨੂੰ ਆਪਣੀ ਗੱਲ ਮਨਾਉਂਦਾ ਹੈ। ਜੇ ਨਾ ਮੰਨੇ ਤੇ ਫਿਰ ਆਪਣੇ ਆਪ ਨੂੰ ਪੇਸ਼ ਕਰਦਾ, ਜੀ ਮੈਂ ਬਹੁਤਾ ਦਾਨਾ ਹਾਂ, ਮੈਂ ਪ੍ਰਧਾਨਾ ਹਾਂ, ਮੈਂ ਮੁਖੀ ਹਾਂ, ਮੇਰੀ ਗੱਲ ਮੰਨੇਗਾ ਤਾਂ ਸੁਖ ਪਾਵੇਗਾ, ਨਹੀਂ ਤੇ ਕੌੜੇ ਬਚਨ ਬੋਲ ਕੇ ਦੂਜਿਆਂ ਦੇ ਹਿਰਦੇ ਦਿਖਾਉਂਦਾ ਹੈ। ਕਰਨੇ ਵਿਖਾਵੇ ਵਾਲੇ ਕਰਮ, ਅਖਵਾਉਣਾ ਦਾਨਾ ਪ੍ਰਧਾਨਾ, ਇਹ ਕਰਦ ਪਿਆਰਿਆ ਤੇਰਾ ਗੁਰੂ ਘਰ ਵਿੱਚ ਅਥਵਾ ਸੱਚੀ ਦਰਗਾਹ ਦੇ ਅੰਦਰ ਪ੍ਰਵਾਨ ਨਹੀਂ। ਵੇਦ ਪੜੈ ਮੁਖ ਮੀਠੀ ਬਾਣੀ। ਮੁਖ ਦੇ ਵਿੱਚੋਂ ਤੇ ਵੇਦਾਂ ਦੀ ਬਾਣੀ ਬੜੀ ਮਿੱਠੀ ਮਿੱਠੀ ਸੁਰਤੀਆਂ ਜਿਹੜੀਆਂ ਹੈ ਪੜਦਾ ਹੈ। ਜੀਆਂ ਕੋਹਤ ਨਾ ਸੰਗੈ ਪਰਾਣੀ। ਪਰ ਪਰਾਇਆ ਹੱਕ ਮਾਰ ਲੱਗਿਆ ਕਿਸੇ ਪ੍ਰਕਾਰ ਦਾ ਸੰਕੋਚ ਨਹੀਂ ਕਰਦਾ। ਦੂਸਰਿਆਂ ਦੇ ਹੱਕ ਤੇ ਝੱਟ ਹੀ ਆਪਣਾ ਕਬਜ਼ਾ ਕਰ ਲੈਂਦਾ ਹੈ। ਮਲਕ ਭਾਗੋ ਵਾਂਗੂ ਗਰੀਬਾਂ ਦਾ ਖੂਨ ਨਿਚੋੜਨ ਲੱਗਾ, ਰੱਤੀ ਭਰ ਵੀ ਸੰਕੋਚ ਨਹੀਂ ਕਰਦਾ ਹੈ। ਤੇ ਜਿਹੜਾ ਦੂਸਰਿਆਂ ਦਾ ਹੱਕ ਮਾਰਨਾ ਇਹ ਦੂਸਰਿਆਂ ਨੂੰ ਕੋਹਣਾ ਹੈ। ਮੁਖ ਦੇ ਵਿੱਚੋਂ ਬੜੇ ਧਰਮ ਦੇ ਉਪਦੇਸ਼ ਬੜਾ ਸਚਿਆਰ ਬਣ ਕੇ ਦੱਸਦਾ ਹੈ, ਜੀ ਮੈਂ ਆਪਣੀ ਜ਼ਿੰਦਗੀ 'ਚ ਕਦੇ ਬੁਰਾ ਕਰਮ ਨਹੀਂ ਕੀਤਾ, ਪਰ ਮੌਕਾ ਮਿਲਦਿਆਂ ਝੱਟ ਹੀ ਆਪਣੀ ਤਜ਼ੋਰੀ ਆਪਣੀ ਜੇਬ ਭਰਨ ਵਾਸਤੇ ਦੂਸਰਿਆਂ ਦਾ ਹੱਕ ਮਾਰਦਾ ਹੈ ਜੀਵ। ਕਹੂ ਨਾਨਕ ਜਿਸ ਕਿਰਪਾ ਧਾਰੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਨਿਸ਼ਪਾਕ ਹਿਰਦਾ ਕਿਵੇਂ ਹੋਵੇ, ਸ਼ੁੱਧ ਹੋਵੇ। ਇਹ ਸੱਚਮੁੱਚ ਹੀ ਲੋਭ ਲਾਲਚ ਵਿਕਾਰ ਬੜਾ ਤੰਗ ਕਰਦੇ ਨੇ ਮਹਾਰਾਜ। ਮੁਖ ਚੋਂ ਮਿੱਠੇ ਬਚਨ ਕਰਦੇ ਵੀ ਹੋਈਏ ਤੇ ਜਿਹੜਾ ਹਿਰਦਾ ਹੈ ਉਹ ਜ਼ਹਿਰ ਗੁਲਾਸ਼ਦਾ ਹੈ ਅੰਦਰੋਂ। ਇਦਾਂ ਹੀ ਹੁੰਦਾ ਸੰਸਾਰ ਵਿੱਚ ਬਹੁ ਗਿਣਤੀ ਬਹੁਤਾਤ ਐਸੇ ਲੋਕਾਂ ਦੀ, ਮੁਖ ਤੇ ਕਹਿਣਗੇ ਜੀ ਮਹਾਂਪੁਰਸ਼ੋ ਤੁਸੀਂ ਧੰਨ ਹੋ, ਤੁਹਾਡੇ ਦੀਦਾਰ ਹੋ ਗਏ, ਤੇ ਜਦੋਂ ਗਾਂਹ ਲੱਗ ਜਾਂਦਾ ਕਹਿੰਦੇ ਬੜਾ ਵੱਡਾ ਪਖੰਡੀ ਹੈ, ਇਹਦੇ ਵਰਗਾ ਪਖੰਡੀ ਲੱਭਿਆ ਵੀ ਨਹੀਂ ਲੱਭਣਾ। ਮੁਖ ਚੋਂ ਕੁਝ ਹੋਰ, ਹਿਰਦੇ ਵਿੱਚੋਂ ਕੁਝ ਹੋਰ। ਮਹਾਰਾਜ ਹਿਰਦਾ ਸ਼ੁੱਧ ਕਿਵੇਂ ਹੋਵੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਪਿਆਰਿਓ, ਵੱਡਿਆਂ ਸਤਿਗੁਰਾਂ ਦਾ ਬਚਨ ਹੈ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਬੁੱਧੀ ਦੀ ਮੈਲ, ਮਨ ਦੀ ਮੈਲ ਜਿਹੜੀ ਹੈ ਨਾਮ ਦੇ ਰੰਗ, ਨਾਮ ਪਿਆਰ ਨਾਲ ਜਪਣੇ ਕਰਕੇ ਜਿਹੜਾ ਹੈ ਹਿਰਦਾ ਸ਼ੁੱਧ ਹੁੰਦਾ, ਮੈਲ ਉਤਰਦੀ ਏ। ਜਿਹੜਾ ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ, ਹਿਰਦੇ ਦੇ ਪਿਆਰ ਕਰਕੇ ਜੋ ਨਾਮ ਜਪਦਾ ਹੈ, ਹਿਰਦਾ ਸੁਧ ਬ੍ਰਹਮ ਵਿਚਾਰੈ। ਸੋ ਹਿਰਦਾ ਤਿਸ ਦਾ ਸ਼ੁੱਧ ਹੋ ਜਾਂਦਾ ਹੈ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਮ ਦੀ ਵਿਚਾਰ ਕਰਨੇ ਕਰਕੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਪਿਆਰਿਓ, ਇਸ ਪ੍ਰਕਾਰ ਲੋਭ ਲਾਲਚਾ ਤੋਂ ਮੁਕਤੀ ਦਿਵਾਉਣ ਵਾਲਾ, ਵਿਕਾਰਾਂ ਤੋਂ ਮੁਕਤੀ ਦਿਵਾਉਣ ਵਾਲਾ ਪਰਮਾਤਮਾ ਜੀ ਦੇ ਨਾਮ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ। ਜੰਮਣ ਮਰਨੀ ਤੋਂ ਵੀ ਮੁਕਤੀ ਦਿਵਾਉਣ ਵਾਲਾ ਹਰੀ ਪਰਮਾਤਮਾ ਜੀ ਦਾ ਵਾਹਿਗੁਰੂ ਨਾਮ ਹੀ ਸਰਬਾਗਾ ਹੈ। ਇਸ ਕਰਕੇ ਵਿਖਾਵੇ ਦੇ ਕਰਮ ਕਾਂਡਾਂ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਹਿਰਦੇ ਦੇ ਪਿਆਰ ਕਰਕੇ ਜੋ ਵੀ ਕਰਦਾ ਹੈ ਉਸ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਵੱਡੇ ਭਰਾਤਾ ਜੋ ਸਤਿਗੁਰੂ ਜੀ ਦੇ ਭਰਾਤਾ ਜੀ ਨੇ ਪ੍ਰਿਥੀ ਚੰਦ ਜੀ, ਸਤਿਗੁਰਾਂ ਦੇ ਨਾਲ ਈਰਖਾ ਕਰਕੇ, ਕਿਉਂਕਿ ਗੁਰਤਾ ਗੱਦੀ ਦਾ ਲਾਲਚ ਹੈ, ਬਾਦਸ਼ਾਹ ਦੇ ਕੋਲ ਜਾ ਕਰਕੇ ਪੁਕਾਰ ਕੀਤੀ ਏ, ਜੀ ਮੇਰਾ ਛੋਟਾ ਭਰਾ ਗੁਰਤਾ ਗੱਦੀ ਦਾ ਮਾਲਕ ਬਣ ਕੇ ਬੈਠ ਗਿਆ, ਗੁਰਤਾ ਗੱਦੀ ਤੇ ਮੇਰਾ ਹੱਕ ਹੈ।
ਤੇ ਬਾਦਸ਼ਾਹ ਨੇ ਫਿਰ ਪੁੱਛਣਾ ਕੀਤਾ, ਕਹਿਣ ਲੱਗੇ ਗੁਰੂ ਘਰ ਤੇ ਨਿਮਰਤਾ ਤੇ ਪਿਆਰ ਵਾਲਾ ਘਰ ਹੈ, ਇਹ ਤੇ ਨਾਮ ਦਾ ਘਰ ਹੈ, ਇੱਥੇ ਤੇ ਕਦੇ ਬੇਇਨਸਾਫੀ ਹੋ ਹੀ ਨਹੀਂ ਸਕਦੀ। ਪ੍ਰਿਥੀ ਚੰਦ ਇਹ ਦੱਸ, ਵੱਡੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪ ਦੇ ਕੇ ਗਏ ਨੇ ਜਾਂ ਉਹ ਧੱਕੇ ਨਾਲ ਬੈਠੇ ਨੇ? ਫਿਰ ਚੁੱਪ ਕਰ ਗਿਆ, ਜਵਾਬ ਨਹੀਂ ਆਉਂਦਾ। ਤੇ ਬਾਦਸ਼ਾਹ ਨੇ ਕਹਿਣਾ ਕੀਤਾ, ਇਸ ਪ੍ਰਕਾਰ ਜੋ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੌਤਕ ਕਰ ਗਏ, ਮੈਂ ਉਸ ਦੇ ਵਿੱਚ ਹਸਤਕਸ਼ੇਪ ਨਹੀਂ ਕਰ ਸਕਦਾ। ਮੈਂ ਦੁਨਿਆਵੀ ਬਾਦਸ਼ਾਹ ਹਾਂ, ਸਤਿਗੁਰੂ ਜੀ ਦੀਨ ਦੁਨੀ ਦੇ ਪਾਤਸ਼ਾਹ ਨੇ, ਉਹਨਾਂ ਦੀ ਹੁਕਮ ਅਦੂਲੀ ਮੈਂ ਵੀ ਨਹੀਂ ਕਰ ਸਕਦਾ। ਸੋ ਇਸ ਪ੍ਰਕਾਰ ਜਦੋਂ ਬਾਦਸ਼ਾਹ ਨੇ ਜਵਾਬ ਦਿੱਤਾ, ਫਿਰ ਸੁਲਹੀ ਖਾਨ ਨੂੰ, ਸੁਲੱਭੀ ਖਾਨ ਨੂੰ ਪੈਸੇ ਦੇ ਕਰਕੇ ਆਪਣੇ ਹੱਕ ਵਿੱਚ ਕਰਕੇ ਹਮਲਾਵਰ ਬਣਾ ਕਰਕੇ ਚੜਾ ਕਰਕੇ ਲੈ ਕੇ ਆਇਆ ਸੀ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਵਚਨ ਨੂੰ ਪੂਰਾ ਕਰਨ ਵਾਸਤੇ ਕਿ ਇਹ ਗੁਰੂ ਕਿਆਂ ਨੂੰ ਕਿੱਧਰ ਭਾਜੜਾ ਪੈ ਗਈਆਂ, ਵਡਾਲੀ ਨਗਰ ਦੇ ਵਿੱਚ ਜਾ ਕਰਕੇ ਰਹਿਣਾ ਕੀਤਾ। 3 ਸਾਲ ਸਤਿਗੁਰੂ ਜੀ ਉੱਥੇ ਰਹੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਵੀ ਉੱਥੇ ਹੀ ਹੋਇਆ ਹੈ। ਤੇ 3 ਸਾਲਾਂ ਦਾ ਸਮਾਂ ਬਤੀਤ ਹੋਣ ਤੋਂ ਉਪਰੰਤ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ, ਗੁਰਸਿੱਖਾਂ ਦੇ ਅੰਦਰ ਬੜਾ ਉਤਸ਼ਾਹ ਹੈ, ਬੜੀਆਂ ਵਧਾਈਆਂ ਨੇ, ਬੜੀਆਂ ਖੁਸ਼ੀਆਂ ਨੇ। ਪਰ ਕੁਝ ਗੁਰਸਿੱਖਾਂ ਦੇ ਹਿਰਦੇ ਜਿਹੜੇ ਨੇ ਮੁਰਝਾਏ ਹੋਏ ਨੇ, ਮੁੱਖ ਕੁਮਲਾ ਰਹੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਬੇਨਤੀ ਕਰਦੇ, ਗਰੀਬ ਨਿਵਾਜ ਆਪ ਜੀ ਇੱਥੇ ਵਸਦੇ ਸੀ ਤੇ ਪ੍ਰਿਥੀ ਚੰਦ ਨੇ ਬੜਾ ਵੈਰ ਧਰੋ ਕਮਾਉਣ ਦਾ ਯਤਨ ਕੀਤਾ ਹੈ। ਵਡਾਲੀ ਨਗਰ ਗਏ ਤਾਂ ਵੀ ਇਸ ਨੇ ਈਰਖਾ ਘੱਟ ਨਹੀਂ ਕੀਤੀ। ਸਾਹਿਬਜ਼ਾਦਾ ਜੀ ਨੂੰ, ਤਿੰਨਾਂ ਦੇ ਸਰੀਰ ਨੂੰ ਸ਼ਾਂਤ ਕਰਨ ਵਾਸਤੇ ਇਸ ਨੇ ਬੜੇ ਖੋਟੇ ਕੰਮ ਕੀਤੇ ਨੇ। ਮਹਾਰਾਜ ਹੁਣ ਤੇ ਤੁਸੀਂ ਪ੍ਰਿਥੀ ਚੰਦ ਦੇ ਕੋਲ ਹੀ ਆ ਗਏ, ਫਿਰ ਤੁਹਾਡੇ ਨਾਲ ਈਰਖਾ ਕਰਕੇ ਸਾਹਿਬਜ਼ਾਦਾ ਜੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਨਾ ਕਰੇ। ਮਹਾਰਾਜ ਜੀ ਜਿਵੇਂ ਸੁਲਹੀ ਖਾਨ ਤੇ ਸੁਲੱਭੀ ਖਾਨ ਨੂੰ ਚੜਾ ਕਰਕੇ ਲੈ ਕੇ ਆਇਆ ਸੀ, ਫਿਰ ਐਸਾ ਦੁਸ਼ਕਰਮ ਨਾ ਕਰਨਾ ਕਰੇ। ਤੇ ਜਦੋਂ ਗੁਰਸਿੱਖਾਂ ਦੇ ਹਿਰਦੇ ਕੁਝ ਘਬਰਾਹਟ ਦੇ ਸਹਿਤ ਧੀਰਜ ਦਾ ਸਹਿਤ ਦੇਖੇ, ਧੀਰਜ ਨਹੀਂ ਆਉਂਦੀ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੀਰਜ ਧਾਰੀ ਜੀ ਨੇ ਕਿਰਪਾਲਤਾ ਕਰਕੇ ਇਹ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਥਿਰ ਘਰ ਬੈਸਹੁ ਹਰ ਜਨ ਪਿਆਰੇ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਪਿਆਰੇ ਗੁਰਸਿੱਖੋ, ਸਾਰੀਆਂ ਚਿੰਤਾਵਾਂ ਝੋਰੇ ਇਤਿਆਦਿਕ ਛੱਡ ਕਰਕੇ ਸਥਿਰ ਹੋ ਕਰਕੇ ਬੇਪਰਵਾਹ ਕਰਕੇ ਘਰਾਂ ਦੇ ਵਿੱਚ ਰਹਿਣਾ ਵਸਣਾ ਕਰੋ, ਬੈਠਣਾ ਕਰੋ। ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਜੋ ਤੁਸੀਂ ਹਿਰਦੇ ਦੇ ਅੰਦਰ ਚਿਤਵਨੀ ਲਾਈ ਹੈ ਨਾ ਕਿ ਪ੍ਰਿਥੀ ਤੰਦ ਕੋਈ ਕਾਰਜ ਵਿਗਾੜ ਦੇਵੇਗਾ, ਤੁਹਾਡੇ ਸਾਰਿਆਂ ਦੇ ਕਾਰਜ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਵਾਰਨਗੇ। ਸਾਡੇ ਸਾਰੇ ਕਾਰਜਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਸਵਾਰ ਦਿੱਤਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਮਹਾਰਾਜ ਪਹਿਲਾਂ ਸੁਲਹੀ ਖਾਨ ਫਿਰ ਸੁਲੱਭੀ ਖਾਨ ਚੜ ਕੇ ਆਇਆ ਸੀ ਤੇ ਹਜ਼ੂਰ ਫਰਮਾਉਂਦੇ ਨੇ, ਫਿਰ ਤੁਸੀਂ ਕਿਉਂ ਘਬਰਾਉਂਦੇ ਜੋ? ਜੇ ਚੜ ਕੇ ਆਏ ਸੀ ਤੇ ਫਿਰ ਕਿਹੜਾ ਸਾਡੇ ਤੱਕ ਪਹੁੰਚ ਗਏ ਨੇ? ਜਿਹੜਾ ਸੁਲਹੀ ਖਾਨ ਸੀ ਉਹ ਵੀ ਸੁਲਹੀ ਹੋਏ ਮੁਆ ਨਾਪਾਕ। ਪ੍ਰਿਥੀ ਚੰਦ ਦੇ ਇੱਟਾਂ ਦੇ ਆਵੇ ਅੱਜ ਦੇ ਸਮੇਂ ਅਨੁਸਾਰ ਭੱਠੇ ਕਹਿ ਲਈਏ, ਦੇਖਣ ਗਿਆ ਸੀ, ਘੋੜਾ ਡਰ ਗਿਆ, ਛਾਲ ਮਾਰੀ ਆਵੇ ਦੇ ਵਿੱਚ ਤੇ ਘੋੜਾ ਵੀ ਸੜ ਕੇ ਮਰ ਗਿਆ ਤੇ ਸੁਲਹੀ ਖਾਨ ਵੀ ਸੜ ਕੇ ਮਰ ਗਿਆ। ਇਸਲਾਮ ਮਤ ਦੇ ਵਿੱਚ ਇਹ ਧਾਰਨਾ ਹੈ ਕਿ ਜਿਹੜੇ ਮੁਸਲਮਾਨ ਨੂੰ ਅੱਗ ਵਿੱਚ ਇੱਥੇ ਧਰਤੀ ਤੇ ਪਾ ਕੇ ਸਾੜਿਆ ਜਾਵੇ ਨਾ, ਉਹਨੂੰ ਪਰਮਾਤਮਾ ਵੱਲੋਂ ਨਰਕਾਂ ਦੀ ਅੱਗ ਵਿੱਚ ਸਾੜਿਆ ਜਾਂਦਾ। ਜਿਹੜਾ ਇੱਥੇ ਸੜੇ ਉਹ ਅੱਗੇ ਵੀ ਸੜਦਾ। ਤੇ ਸੜ ਕੇ ਮਰਨ ਵਾਲੇ ਨੂੰ ਬੜਾ ਨਾਪਾਕ, ਬੜਾ ਅਪਵਿੱਤਰ, ਬੜਾ ਨਿਖਿੱਧ ਜਾਣਿਆ ਜਾਂਦਾ ਹੈ। ਤੇ ਹਜ਼ੂਰ ਨੇ ਫਰਮਾਵਣਾ ਕੀਤਾ, ਸਿੱਖੋ ਜੇ ਸੁਲਹੀ ਖਾਨ ਚੜ ਕੇ ਆਇਆ ਸੀ ਤੇ ਨਿਖਿੱਧ ਹੋ ਕੇ, ਨਾਪਾਕ ਹੋ ਕੇ, ਅਪਵਿੱਤਰ ਹੋ ਕੇ ਮਰਿਆ, ਆਪਣੇ ਧਰਮ ਤੋਂ ਹੀ ਗਿਰ ਗਿਆ। ਤੇ ਜੇ ਸੁਲੱਭੀ ਖਾਨ ਚੜ ਕੇ ਆਇਆ ਤੇ ਉਸਦੇ ਜਿਹੜੇ ਅਧਿਕਾਰੀ ਸਨ, ਤਨਖਾਹਾਂ ਪਿੱਛੇ ਤਕਰਾਰ ਹੋ ਗਿਆ ਤੇ ਉਸਦੇ ਅਧਿਕਾਰੀਆਂ ਨੇ ਰਾਹ ਵਿੱਚ ਹੀ ਸਿਰ ਵੱਢ ਦਿੱਤਾ ਸੀ। ਗੋਇੰਦਵਾਲ ਸਾਹਿਬ ਦੇ ਕੋਲ ਹੀ ਸਿਰ ਵੱਢ ਦਿੱਤਾ, ਗੁਰੂ ਘਰ ਵਿੱਚ ਪਹੁੰਚਣਾ ਹੀ ਨਾ ਮਿਲਿਆ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਕਿ ਕਿਸੇ ਪ੍ਰਕਾਰ ਦੀ ਹਿਰਦੇ ਵਿੱਚ ਚਿੰਤਾ ਨਾ ਕਰੋ, ਸਾਡੇ ਸਾਰੇ ਕਾਰਜਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਰ ਦੇਣਾ ਕੀਤਾ ਹੈ। ਤੇ ਜਿਹੜੇ ਦੁਸ਼ਟ ਚੜ੍ਹਾਈ ਕਰਕੇ ਆਏ, ਦੂਤ ਚੁਗਲੀ ਕਰਨ ਵਾਲੇ, ਮਹਾਰਾਜ ਜੀ ਨੇ ਸੁਲਹੀ ਖਾਨ ਸੁਲੱਭੀ ਖਾਨ ਨੂੰ ਸਮਾਪਤ ਕਰ ਦਿੱਤਾ ਹੈ। ਜਨ ਕੀ ਪੈਜ ਰਖੀ ਕਰਤਾਰੇ। ਤੇ ਕਰਤਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਪਣੇ ਜਨ ਜਾਣ ਕਰਕੇ ਸਾਡੀ ਪੈਜ ਰੱਖੀ ਹੈ,
ਇੱਜ਼ਤ ਰੱਖੀ ਹੈ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਤੇ ਜਿਹੜਾ ਬਾਦਸ਼ਾਹ ਸੀ ਨਾ ਸਮੇਂ ਦਾ ਹਾਕਮ, ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਪਰਮ ਪਿਤਾ ਪਰਮਾਤਮਾ ਜੀ ਨੇ ਐਸੀ ਕਿਰਪਾ ਕੀਤੀ, ਉਹ ਵੀ ਵਸ ਵਿੱਚ ਹੋ ਗਿਆ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਫੈਸਲੇ ਦਾ ਵਿਰੋਧ ਨਹੀਂ ਕਰ ਸਕਿਆ। ਇਸੇ ਪ੍ਰਕਾਰ ਸ਼ਾਹ ਉਹਦੇ ਜਿਹੜੇ ਪ੍ਰਮੁੱਖ ਵਜ਼ੀਰ ਨੇ, ਵਜ਼ੀਰ ਖਾਨ ਵਰਗੇ, ਉਹ ਵੀ ਗੁਰੂ ਘਰ ਦੇ ਦਾਸ ਹੋ ਗਏ। ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਵਸ ਦੇ ਵਿੱਚ ਹੀ ਕਰ ਦਿੱਤੇ ਨੇ। ਭਾਈ ਕੋਈ ਹੰਕਾਰ ਕਰਕੇ, ਵੈਰ ਕਰਕੇ ਸਿਰ ਨਹੀਂ ਚੁੱਕਦਾ। ਅੰਮ੍ਰਿਤ ਨਾਮ ਮਹਾਰਸ ਪੀਨੇ। ਇਸ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਅਸੀਂ ਬੇਪਰਵਾਹ ਹੋ ਕਰਕੇ ਹਰ ਵੇਲੇ ਪੀਣਾ ਕਰਦੇ ਹਾਂ। ਵਾਹਿਗੁਰੂ ਜੀ ਸਾਡੇ ਰਖਵਾਲੇ ਨੇ ਤੇ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਤੇ ਇਸ ਦਾ ਨਾਮ ਜਪਣ ਰੂਪੀ ਅੰਮ੍ਰਿਤ ਅਸੀਂ ਪੀਣਾ ਕਰਦੇ ਹਾਂ ਤੇ ਬੇਪਰਵਾਹ ਹਾਂ। ਪਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੇ ਨਾਹ। ਸਿੱਖੋ ਬੇਪਰਵਾਹ ਹੋ ਕਰਕੇ ਤੇ ਸਹਾਰੀ ਵਾਹਿਗੁਰੂ ਜੀ ਦੇ ਨਾਮ ਦਾ ਅੰਮ੍ਰਿਤ ਪੀਵਣਾ ਕਰੋ। ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਦੇ ਸਾਰੇ ਕਾਰਜ ਸੰਵਰੇ ਨੇ, ਦੁਸ਼ਟਾਂ ਦੋਖੀਆਂ ਦਾ ਨਾਸ਼ ਹੋਇਆ ਹੈ, ਸਾਡੇ ਵੀ ਸਾਰੇ ਕਾਰਜ ਸੰਵਰ ਜਾਣ, ਐਸਾ ਸੱਚ ਦਾ ਉਪਦੇਸ਼ ਬਖਸ਼ੋ ਜੀ। ਤੇ ਗਰੀਬ ਨਿਵਾਜ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਫਰਮਾਨ ਕਰਦੇ ਹਨ, ਇਹੋ ਸ਼ਬਦ ਸ਼ੁਰੂ ਤੋਂ ਪੜ੍ਹਦੇ ਹੋ ਜੀ। ਥਿਰ ਘਰ ਬੈਸੋ ਹਰ ਜਨ ਪਿਆਰੇ। ਹਰੀ ਪ੍ਰਮਾਤਮਾ ਜੀ ਦੇ ਪਿਆਰੇ ਜਗਿਆਸੂ ਜਨੋ ਗੁਰਸਿੱਖੋ, ਥਿਰ ਘਰ ਬੈਸੋ, ਅੰਤਸ਼ ਕਰਨ ਰੂਪੀ ਘਰ ਦੇ ਅੰਦਰ ਸਥਿਰ ਸਰੂਪ ਹੋ ਕਰਕੇ ਬੈਠਣਾ ਕਰੋ। ਭਾਵ ਮਨ ਦੀ ਭਟਕਣਾ ਨੂੰ ਵਧਾਓ ਨਾ, ਚਿੱਤ ਨੂੰ ਇਕਾਗਰ ਕਰਕੇ ਅੰਤਸ਼ ਕਰਨ ਦੀ ਸਥਿਤਾ ਕਰਕੇ ਟਿਕ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਵਣਾ ਕਰੋ। ਸਤਿਗੁਰ ਤੁਮਰੇ ਕਾਜ ਸਵਾਰੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਸਾਰੇ ਕਾਰਜ ਸਵਾਰ ਦੇਣਗੇ। ਦੁਨਿਆਵੀ ਕਾਰਜ, ਮਾਇਆ ਦੀ ਪ੍ਰਾਪਤੀ ਦੇ ਕਾਰਜ, ਦੁੱਤ ਪੁੱਤ ਦੀਆਂ ਦਾਤਾਂ ਦੇ ਕਾਰਜ, ਸੁੱਖਾਂ ਦੇ ਕਾਰਜ ਤੇ ਮੁਕਤੀ ਦੇ ਕਾਰਜ। ਕੋਈ ਇੱਕ ਕਾਰਜ ਦੀ ਬਾਤ ਨਹੀਂ ਹੈ। ਕਾਜ ਸਵਾਰੇ ਬਹੁ ਗਿਣਤੀ ਦਾ ਵਾਚਕ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਸਾਰੇ ਹੀ ਕਾਰਜ ਸਵਾਰ ਦੇਣਗੇ। ਤੇ ਜਿਹੜਾ ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪੀ ਕਾਰਜ ਹੈ, ਇਹ ਵੀ ਹਰੀ ਅਕਾਲ ਪੁਰਖ ਜੀ ਆਪ ਹੀ ਸਵਾਰ ਦੇਣਗੇ। ਜਦੋਂ ਹਿਰਦੇ ਦੀ ਸਥਿਤੀ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨਾ ਕਰੋਗੇ ਤੇ ਜਪਣਾ ਕਰੋਗੇ ਸਤਨਾਮ ਸ੍ਰੀ ਵਾਹਿਗੁਰੂ, ਸਥਿਰ ਹੋ ਕਰਕੇ ਨਾਮ ਨੂੰ ਜਪੋ। ਵਾਹਿਗੁਰੂ ਜੀ ਨੇ ਕਾਰਜ ਆਪਣੇ ਆਪ ਹੀ ਸਵਾਰ ਦੇਣੇ ਹਨ ਸਾਰੇ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਵਣਾ ਕਰਦੇ ਹਨ ਜੀ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਮਹਾਰਾਜ ਇਹ ਹਿਰਦੇ ਦੇ ਅੰਦਰ ਅਗਿਆਨ ਤੇ ਵਿਕਾਰ ਐਸੇ ਨੇ, ਖਹਿੜਾ ਨਹੀਂ ਛੱਡਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਸ ਅਗਿਆਨ ਰੂਪੀ ਦੁਸ਼ਟ ਨੂੰ ਤੇ ਕਾਮ ਕ੍ਰੋਧ ਲੋਭ ਹੰਕਾਰ ਇਤਿਆਦਿਕ ਵਿਕਾਰਾਂ ਨੂੰ ਆਦ ਸਮੇਂ ਤੋਂ ਭਗਤ ਜਨਾਂ ਦੇ ਹਿਰਦਿਆਂ ਦੇ ਵਿੱਚੋਂ ਕਰਤਾਰੇ, ਜਿਸ ਦੇ ਹੱਥ ਦੇ ਅੰਦਰ ਕਰ ਨਾਮ ਹੱਥ ਦਾ ਤੇ ਤਾਰੇ ਨਾਮ ਹੁਕਮ ਰੂਪੀ ਡੋਰ। ਵਾਹਿਗੁਰੂ ਜੀ ਦੇ ਹੱਥ ਦੇ ਅੰਦਰ ਡੋਰੀ ਹੈ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ। ਜਿੱਥੇ ਜੀਵਾਂ ਦੇ ਪਰਾਲਬਧ ਦੀ ਡੋਰੀ ਹੈ, ਵਿਕਾਰਾਂ ਦੀ ਡੋਰੀ ਵੀ ਵਾਹਿਗੁਰੂ ਦੇ ਹੱਥ ਹੈ। ਵਾਹਿਗੁਰੂ ਜੀ ਹੁਕਮ ਰੂਪੀ ਡੋਰੀ ਦੇ ਨਾਲ, ਹੁਕਮ ਰੂਪੀ ਜੰਜ਼ੀਰ ਸੰਗਲ ਦੇ ਨਾਲ ਵਿਕਾਰਾਂ ਨੂੰ ਬੰਨ੍ਹ ਦਿੰਦੇ ਨੇ। ਇਸ ਪ੍ਰਕਾਰ ਅਗਿਆਨਤਾ ਦਾ, ਅਗਿਆਨ ਰੂਪੀ ਦੁਸ਼ਟ ਦਾ ਤੇ ਕਾਮ ਇਤਿਆਦਿਕ ਵਿਕਾਰਾਂ ਦੂਤਾਂ ਦਾ ਹਿਰਦੇ ਦੇ ਵਿੱਚੋਂ ਭਾਵ ਕਰ ਦਿੰਦੇ ਨੇ। ਪਰਮਾਤਮਾ ਜੀ ਹੁਕਮ ਰੂਪੀ ਡੰਡੇ ਦੇ ਨਾਲ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਮਾਰ ਕੇ ਕੱਢ ਦਿੰਦੇ ਨੇ, ਭਾਵ ਵਸ ਕਰ ਦਿੰਦੇ ਹਨ। ਜਨ ਕੀ ਪੈਜ ਰਖੀ ਕਰ ਤਾਰੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਦੀ ਪੈਜ ਆਦ ਸਮੇਂ ਤੋਂ ਲੈ ਕਰਕੇ ਸਦੀਵ ਕਾਲ ਸਦਾ ਸਦਾ ਆਪ ਹੀ ਰੱਖਣਾ ਕੀਤੀ ਹੈ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਸੋ ਬਾਦਸ਼ਾਹ ਕੌਣ ਹੈ? ਗੁਰਬਿਨ ਕਿਨ ਸਮਝਾਈ ਹੈ, ਮਨ ਰਾਜਾ ਸੁਲਤਾਨ। ਮਹਾਰਾਜ ਇਹ ਜਿਹੜਾ ਮਨ ਹੈ ਨਾ, ਇਹ ਸਾਨੂੰ ਆਪਣੇ ਵਸ ਵਿੱਚ ਕਰਕੇ ਰੱਖਦਾ ਹੈ, ਆਪਣੇ ਪਿੱਛੇ ਲਾ ਕੇ ਰੱਖਦਾ ਹੈ। ਤੇ ਜਿਹੜਾ ਸਾਧ ਸੰਗਤ ਜੀ ਮਨ ਦੇ ਪਿੱਛੇ ਹੋ ਤੁਰਦਾ ਤਿਸ ਨੂੰ ਕਹਿੰਦੇ ਨੇ ਮਨਮੁਖ। ਤੇ ਜਿਹੜਾ ਸਤਿਗੁਰੂ ਜੀ ਦੀ ਸਿੱਖਿਆ ਤੇ ਚੱਲਦਾ ਉਸ ਨੂੰ ਕਹਿੰਦੇ ਨੇ ਗੁਰਮੁਖ। ਮਹਾਰਾਜ ਇਹ ਜਿਹੜਾ ਮਨ ਹੈ, ਇਹ ਸਾਡੇ ਵਸ ਦੇ ਵਿੱਚ ਨਹੀਂ ਆਉਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਮਨ ਜਿਹੜਾ ਹੈ ਅਪਾਰ ਅਸੀਮਤ ਸ਼ਕਤੀਆਂ ਦਾ ਸੁਆਮੀ ਹੋਣ ਕਰਕੇ ਬਾਦਸ਼ਾਹ ਹੈ। ਤੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ, ਉਹਨਾਂ ਨੇ ਮਨ ਨੂੰ ਵੀ ਵਸ ਵਿੱਚ ਕਰ ਲਿਆ। ਇਸੇ ਪ੍ਰਕਾਰ ਸ਼ਾਹ ਕੀ ਹੈ?
ਜੋ ਮਨ ਦਾ ਵੱਡਾ ਭਾਰੀ ਪ੍ਰਬਲ ਇੱਛਾ ਦਾ ਹੋਣਾ ਹੈ, ਪ੍ਰਬਲਤਾ ਦੇ ਸਹਿਤ ਹੋਣਾ ਹੈ। ਮਨ ਦੇ ਵਿਕਾਰਾਂ ਦੀ ਜਿਹੜੀ ਪ੍ਰਬਲਤਾ ਹੈ ਇਹ ਮਨ ਦੇ ਸ਼ਾਹ ਨੇ, ਸ਼ਾਹੂਕਾਰ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਦੇ ਮਨ ਦੀ ਭਾਵਨਾ ਪ੍ਰਬਲ ਇੱਛਾ ਵਾਲੀ, ਵਿਕਾਰਾਂ ਵਾਲੀ, ਉਹ ਵੀ ਵਸ ਦੇ ਵਿੱਚ ਹੋ ਜਾਂਦੀ ਹੈ। ਅਥਵਾ ਇਸੇ ਪ੍ਰਕਾਰ ਮਨ ਦਾ ਅਗਿਆਨੀ ਹੋਣਾ, ਗਿਆਨ ਦੇ ਸਹਿਤ ਹੋਣਾ। ਸਾਹਿਬ ਫਰਮਾਵਣਾ ਕਰਦੇ ਨੇ ਇਹ ਮਨ ਵੀ ਵਸ ਦੇ ਵਿੱਚ ਆ ਜਾਂਦਾ ਹੈ। ਤੇ ਮਨ ਦੀਆਂ ਸ਼ਕਤੀਆਂ ਦਾ ਬੁਰਾ ਜਿਹੜਾ ਪ੍ਰਭਾਵ ਹੈ, ਕਿਉਂਕਿ ਸੰਕਲਪੋ ਵਿਕਲਪੋ ਹੀ ਮਨਾ, ਸੰਕਲਪ ਤੇ ਵਿਕਲਪ ਪੈਦੀਆਂ ਸ਼ਕਤੀਆਂ ਪੈਦਾ ਜੋ ਕਰਦਾ ਹੈ, ਸੰਕਲਪ ਤੇ ਵਿਕਲਪ ਪੈਦਾ ਕਰਨ ਵਾਲੀ ਜੋ ਸ਼ਕਤੀ ਹੈ ਉਸ ਦਾ ਨਾਮ ਹੀ ਮਨ ਹੈ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਜਿਨ੍ਹਾਂ ਨੇ ਸਭਨਾਂ ਤੋਂ ਵੱਡਾ ਬਾਦਸ਼ਾਹ ਕੌਣ ਹੈ? ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ। ਜਿਸ ਦੇ ਅੱਗੇ ਜਿਹੜਾ ਮਨ ਹੈ ਫਿਰ ਬਾਦਸ਼ਾਹ ਨਹੀਂ ਸ਼ਾਹ ਹੋ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਜਿਨ੍ਹਾਂ ਨੇ ਬਾਦਸ਼ਾਹ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ, ਮਨ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਕੇ ਸ਼ਾਹ ਹੋ ਜਾਂਦਾ ਹੈ, ਰਾਜਾ ਹੋ ਜਾਂਦਾ ਹੈ। ਤੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਜਗਿਆਸੂ ਜਨਾਂ ਨੇ ਮਨ ਨੂੰ ਸਾਰੀਆਂ ਬਿਰਤੀਆਂ ਦੇ ਸਹਿਤ ਹੀ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਨਾਮ ਦੀ ਬਰਕਤ ਦੇ ਨਾਲ। ਅੰਮ੍ਰਿਤ ਨਾਮ ਮਹਾਰਸ ਪੀਨੇ, ਤੇ ਜੋ ਮਹਾਰਸ ਵੱਡਾ ਭਾਰੀ ਆਨੰਦਦਾਇਕ ਬ੍ਰਹਮਾਨੰਦ ਰਸ ਹੈ, ਮੁਕਤੀ ਦਾ ਦਾਤਾ ਹੈ, ਇਸ ਅੰਮ੍ਰਿਤ ਨਾਮ ਨੂੰ ਜਗਿਆਸੂ ਜਨਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਅਤੇ ਨਾਮ ਦੁਆਰਾ ਜਪਣਾ ਕੀਤਾ ਹੈ। ਸਦਾ ਹੀ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਨਿਰਭਉ ਹੋਏ ਭਜਹੁ ਭਗਵਾਨ, ਹੇ ਗੁਰਸਿੱਖੋ, ਕਿਸੇ ਪ੍ਰਕਾਰ ਸੁਲਹੀ ਖਾਨ ਸੁਲੱਭੀ ਖਾਨ ਵਾਲਿਆਂ ਦਾ ਡਰ ਨਾ ਮੰਨੋ, ਨਿਰਭਉ ਹੋ ਕਰਕੇ ਪ੍ਰਮਾਤਮਾ ਜੀ ਦਾ ਨਾਮ ਜਪੋ। ਇਸੇ ਪ੍ਰਕਾਰ ਮਹਾਰਾਜ ਵਿਕਾਰ ਇਤਿਆਦਿਕ ਤੰਗ ਕਰਦੇ ਨੇ ਤੇ ਹਜ਼ੂਰ ਫਰਮਾਉਂਦੇ ਨੇ ਭਜਹੁ ਭਗਵਾਨ। ਜਦੋਂ ਪ੍ਰਮਾਤਮਾ ਜੀ ਦੇ ਨਾਮ ਦਾ ਭਜਨ ਕਰੋਗੇ ਨਾ ਫਿਰ ਨਿਰਭਉ ਹੋਏ, ਨਿਰਭਉ ਹੋ ਜਾਓਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਦਾ ਡਰ ਨਹੀਂ ਰਹਿ ਜਾਵੇਗਾ। ਸਤਿਗੁਰੂ ਜੀ ਦੇ ਗੁਰ ਉਪਦੇਸ਼ ਰੂਪੀ ਸੰਜੋ ਐਸੀ ਹੈ, ਨਿਮਰਤਾ ਰੂਪੀ ਢਾਲ ਐਸੀ ਹੈ, ਭਗਤੀ ਰੂਪੀ ਤਲਵਾਰ ਹੈ, ਗਿਆਨ ਰੂਪੀ ਖੰਡਾ ਹੈ, ਸਤਿਗੁਰੂ ਜੀ ਦੇ ਬਚਨਾਂ ਰੂਪੀ ਤੀਰ ਨੇ, ਉਪਦੇਸ਼ ਰੂਪੀ ਧਨਖ ਜੋ ਜਦੋਂ ਚੜਾ ਕਰਕੇ ਚੱਲਦੇ ਨੇ, ਗੁਰਸਿੱਖ ਦਾ ਹਿਰਦਾ ਵਿੰਨ੍ਹਦੇ ਨੇ ਨਾ ਤੇ ਵਿਕਾਰ ਹਿਰਦਾ ਛੱਡ ਕੇ ਹੀ ਦੌੜ ਜਾਂਦੇ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰੋ, ਵਿਕਾਰਾਂ ਵੱਲੋਂ ਨਿਰਭਉ ਹੋ ਜਾਵੋਗੇ। ਨਿਰਭਉ ਜਪੈ ਸਗਲ ਭਉ ਮਿਟੈ, ਵਿਕਾਰਾਂ ਦਾ ਡਰ ਹਿਰਦੇ ਵਿੱਚ ਨਹੀਂ ਰਹਿ ਜਾਵੇਗਾ। ਨਿਰਭਉ ਪ੍ਰਮਾਤਮਾ ਜੀ ਦੇ ਨਾਮ ਨੂੰ ਜਪ ਕਰਕੇ ਪਿਆਰਿਓ ਵਿਕਾਰਾਂ ਤੋਂ ਵੀ ਮੁਕਤੀ ਪ੍ਰਾਪਤ ਕਰ ਲਵੋਗੇ। ਸਾਧ ਸੰਗਤ ਮਿਲ ਕੀਨੂ ਦਾਨ, ਤੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਿਹੜਾ ਨਾਮ ਜਪਣਾ ਨਾ, ਇਹ ਸਤਿਗੁਰੂ ਜੀ ਦੇ ਵੱਲੋਂ ਗੁਰਸਿੱਖਾਂ ਨੂੰ ਮਿਲਿਆ ਵੱਡਾ ਭਾਰੀ ਦਾਨ ਹੈ। ਇਸ ਕਰਕੇ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਮਿਲ ਕੀਨੋ ਦਾਨ, ਤੇ ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਜਪਦਾ, ਦਾਨ ਕਰਨਾ ਕਰ, ਭਾਵ ਦੂਜਿਆਂ ਨੂੰ ਜਪਾਵਣਾ ਕਰ। ਆਪ ਜਪਹੁ ਅਵਰਹ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਸਰਣ ਪਰੇ ਪ੍ਰਭ ਅੰਤਰਜਾਮੀ, ਤੇ ਆ ਕਰਕੇ ਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਸਦਾ ਅਰਦਾਸ ਕਰਨੀ ਹੈ। ਇਹ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ, ਹਿਰਦੇ ਦੇ ਬੁੱਝਣ ਵਾਲੇ ਗਰੀਬ ਨਿਵਾਜ ਸਤਿਗੁਰੂ ਜੀ, ਅਸੀਂ ਆਪ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ। ਨਾਨਕ ਓਟ ਪਕਰੀ ਪ੍ਰਭ ਸੁਆਮੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਮਾਲਕ ਜੀਓ, ਆਪ ਜੀ ਦੇ ਚਰਨਾਂ ਦੀ ਓਟ ਪਕੜੀ ਹੈ, ਆਪ ਜੀ ਦੇ ਚਰਨਾਂ ਦਾ ਆਸਰਾ ਤੱਕਿਆ ਹੈ, ਚਰਨਾਂ ਦੀ ਸ਼ਰਨ ਲਈ ਹੈ। ਕਿਰਪਾਲਤਾ ਕਰਕੇ ਬਾਹੀ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸੱਚੇ ਪਾਤਸ਼ਾਹ ਦਾਸਾ ਭਾਵ ਨੂੰ ਧਾਰਨ ਕਰਕੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ, ਕਿਰਪਾ ਕਰਕੇ ਸ਼ਰਨ ਪਿਆਂ ਦੀ ਲੱਜਾ ਰੱਖ ਲਵੋ ਜੀ। ਇਸ ਪ੍ਰਕਾਰ ਪਰ ਉਪਕਾਰੀ ਧੀਰਜ ਧਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਕਾਰਜਾਂ ਦੀ ਸਫਲਤਾ ਵਾਸਤੇ ਦੱਸਣਾ ਕੀਤਾ। ਪਿਆਰਿਓ, ਅੰਤਸ਼ ਕਰਨ ਦੇ ਅੰਦਰ ਤ੍ਰੈਗੁਣ ਅਤੀਤ ਹੋ ਕਰਕੇ ਗਿਆਨ ਅਰੂੜ ਅਵਸਥਾ ਦੇ ਵਿੱਚ ਟਿਕ ਕਰਕੇ ਨਾਮ ਨੂੰ ਜਪਣਾ ਕਰੋ। ਦੁਸ਼ਟਾਂ ਦਾ ਵੀ ਨਾਸ਼ ਹੋ ਜਾਵੇਗਾ, ਦੋਖੀਆਂ ਦਾ ਵੀ ਨਾਸ਼ ਹੋ ਜਾਵੇਗਾ। ਅੰਤਰੀਬ ਦੁਸ਼ਮਣ ਨੇ, ਚਾਹੇ ਬਾਹਰੀ ਦੁਸ਼ਮਣ ਨੇ, ਚਾਹੇ ਵਿਰੋਧ ਕਰਨ ਵਾਲੇ ਨੇ, ਚਾਹੇ ਨਿੰਦਿਆ ਕਰਨ ਵਾਲੇ ਨੇ, ਚਾਹੇ ਪ੍ਰਤੱਖ ਬਾਦਸ਼ਾਹ ਹੈ, ਚਾਹੇ ਵਿਕਾਰਾਂ ਦਾ ਬਾਦਸ਼ਾਹ ਅਗਿਆਨ ਅਥਵਾ ਮਨ ਹੈ। ਇਸੇ ਪ੍ਰਕਾਰ ਮੋਹ ਹੈ, ਵਿਕਾਰ ਕਾਮ ਕ੍ਰੋਧ ਇਤਿਆਦਿ ਕਿਸ ਦੇ ਸੈਨਾਪਤੀ ਨੇ। ਕਿਸੇ ਦਾ ਡਰ ਨਹੀਂ ਰਹਿ ਜਾਵੇਗਾ। ਨਾਮ ਨੂੰ ਜਪਣਾ ਕਰੋ, ਨਿਰਭਉ ਅਵਸਥਾ ਪ੍ਰਾਪਤ ਹੋ ਜਾਵੇਗੀ। ਇਸ ਪ੍ਰਕਾਰ ਗੁਰਸਿੱਖਾਂ ਦੇ ਪ੍ਰਥਾਏ ਸ਼ਬਦ ਉਚਾਰਨ ਕਰਕੇ
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਰਬਤ ਸੰਸਾਰ ਜਗਤ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਤੇ ਜਿਹੜਾ ਜਿਹੜਾ ਵੀ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਦਾ ਨਾ, ਸੇਵਕ ਸਿੱਖ ਪੂਜਨ ਸਭ ਆਵਾਹੇ, ਸਭ ਗਾਵਾਹੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵਹਿ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਜੋ ਸਤਿਗੁਰੂ ਜੀ ਦੀ ਆਗਿਆ ਨੂੰ, ਹੁਕਮਾਂ ਨੂੰ ਸਤ ਕਰਕੇ, ਤਨ ਕਰਕੇ, ਸਤ ਕਰਕੇ, ਮਨ ਕਰਕੇ ਮੰਨਦੇ ਨੇ ਨਾ, ਤਨ ਮਨ ਕਰਕੇ ਬਚਨਾਂ ਨੂੰ ਕਮਾਉਂਦੇ ਨੇ, ਉਹਨਾਂ ਦਾ ਗਾਵਿਆ ਸੁਣਿਆ ਥਾਏ ਪੈ ਜਾਂਦਾ ਹੈ। ਹਜ਼ੂਰ ਦੇ ਚਰਨਾਂ ਵਿਖੇ ਤਿੰਨਾਂ ਦਾ ਪਿਆਰ ਪ੍ਰਵਾਨ ਚੜ੍ਹ ਜਾਂਦਾ ਹੈ, ਜਨਮ ਪਦਾਰਥ ਸਫਲਾ ਹੋ ਜਾਂਦਾ ਹੈ ਜੀ। ਇਹ ਪਾਵਨ ਸ਼ੁਭ ਉਪਦੇਸ਼ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਫਰਮਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਤੇ ਰਹਿ ਗਈਆਂ ਤਰੁੱਟੀਆਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤਾਂ ਤੇ ਸੁਭਾਇਮਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ, ਗੁਰੂ ਕੀ ਸੰਗਤ ਗੁਰਗੋਦ ਦੇ ਅੰਦਰ ਸੁਭਾਇਮਾਨ ਬਖਸ਼ਣ ਯੋਗ ਹੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਤੇ ਸਤਿਗੁਰੂ ਜੀ ਦੀ ਸੰਗਤ ਜੀ ਕਿਰਪਾਲਤਾ ਕਰਕੇ ਬਖਸ਼ ਲਵੋ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਸਤਿਗੁਰਾਂ ਦੇ ਮੁਬਾਰਕ ਪ੍ਰਵਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ, ਜਿਸ ਦੇ ਨਾਲ ਪੜ੍ਹਿਆ ਸੁਣਿਆ ਗਾਵਿਆ ਕਥਨ ਕੀਤਾ ਸਫਲਾ ਹੋਏ, ਥਾਂ ਪੈ ਜਾਵੇ। ਗਰੀਬ ਨਿਵਾਜ ਸਭਨਾਂ ਦੀਆਂ ਯਾਤਰਾਵਾਂ ਸਫਲ ਕਰਨ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸ਼ਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे